ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਆਸਾ ਰਾਗ ਦੇ ਵਿੱਚ ਕਬੀਰ ਜੀ ਦੀ ਜਿਹੜੀ ਬਾਣੀ ਲੈ ਰਹੇ ਸੀਗੇ ਉਸ ਤੋਂ ਅੱਗੇ ਜਿਹੜਾ ਹੈਗਾ 479 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। 479 ਔਰ 16ਵਾਂ ਸ਼ਬਦ ਲੜੀ ਸੀਰੀਅਲ ਵਾਈਜ਼ ਔਰ ਲੜੀ ਦਾ ਜਿਹੜਾ ਹੈਗਾ ਟॉपिक वाइज तीसरा शब्द ले रहे हैं। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, अंग राम प्रकाश जी माइक बंद कर दो जी प्लीज। 479 आसा काहू दीन है पाट पटंबर काहू पलंग निवारा काहू गरी गोदरी नाही काहू खान पर आरा अहरख वाद ना कीजे रे मन सुकृत कर कर लीजे रे मन रहाओ। ਇਹਦੇ ਵਿੱਚ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਆ ਕਿ ਜੀਵਨ ਦੇ ਵਿੱਚ ਸੰਸਾਰ ਦੇ ਵਿੱਚ ਜੇ ਤੱਤ ਵਸਤੂ ਲੈਣੀ ਆ ਤੇ ਉਹਦੇ ਵਾਸਤੇ ਜਿਹੜਾ ਹੈਗਾ ਕਿਵੇਂ ਦਾ ਜੀਵਨ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਅਖਤਿਆਰ ਕਰਨਾ ਪਊਗਾ। ਕਿਸ ਤਰੀਕੇ ਦੇ ਨਾਲ ਆਪਾਂ ਉਹ ਬੁੱਧੀਮਾਨੀ ਆਪਾਂ ਨੂੰ ਗੁਰੂ ਦੀ ਮਾਤੇ ਵਿਵੇਕ ਬੁੱਧੀ ਦੇ ਰਹੇ ਪਾਏ। ਸੰਸਾਰ ਦੇ ਵਿੱਚ ਜੇ ਤੂੰ ਜਿਸ ਕੰਮ ਦੇ ਵਾਸਤੇ ਆਇਆ ਆ, ਜੇ ਉਹ ਕੰਮ ਨੂੰ ਕਰਨਾ ਚਾਹੁੰਦਾ ਆ ਤੇ ਜੇ ਮਨੁੱਖੀ ਜੂਨ ਜਿਹੜੀ ਹੈਗੀ ਆ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਜੇ ਇਸ ਤਰ੍ਹਾਂ ਨਹੀਂ ਚਾਹੁੰਦਾ ਬਈ ਤੇਰੀ ਜਿਹੜੀ ਹੈਗੀ ਆ ਜੀਵਨ ਜਿਹੜਾ ਹੈਗਾ ਇਹ ਪਦਾਰਥਾਂ ਦੇ ਵਿੱਚ ਮਾਇਆ ਦੇ ਵਿੱਚ ਸਵਾਦਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਭੋਗ ਵਿਲਾਸ ਦੇ ਵਿੱਚ ਨਾ ਗੁਜ਼ਰ ਜਾਏ ਔਰ ਫਿਰ ਤੈਨੂੰ ਪਛਤਾਉਣਾ ਪਏ, ਜੂਨਾਂ ਦੇ ਵਿੱਚ ਭਟਕਦਾ ਰਹੇ। ਇਸ ਕਰਕੇ ਇੱਕ ਗੱਲ ਨੂੰ ਚੇਤੇ ਰੱਖ ਲਾ, ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ। ਆ ਗਿਆਨ ਲੈ ਲਾ। ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ। ਇਹ ਪਿਛਲੀ ਪ੍ਰਾਲਬਧ ਹੈ ਇਨਸਾਨ ਦੀ। ਪਿੱਛੇ ਉਹ ਕੀ ਕਰਕੇ ਆਇਆ ਆ। ਦੁਨੀਆ ਦੇ ਜਿਹੜੇ ਹੈਗੇ ਆ ਪਦਾਰਥ, ਦੁਨੀਆ ਦੇ ਵਿੱਚ ਜਿਹੜਾ ਹੈਗਾ ਜੋ ਵੀ ਉਹਨੇ ਦੁਨੀਆ ਦੇ ਵਿੱਚ ਲੈਣਾ ਆ, ਅਮੀਰੀ ਗਰੀਬੀ, ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਆਪਣੀ, ਉਹ ਅਮੀਰ ਦੇ ਘਰ ਕੋਈ ਪੈਦਾ ਹੋ ਜਾਂਦਾ, ਕੋਈ ਗਰੀਬ ਦੇ ਘਰ ਪੈਦਾ ਹੋ ਜਾਂਦਾ, ਕੋਈ ਨਾਰਮਲ ਘਰ ਦੇ ਵਿੱਚ ਪੈਦਾ ਹੋ ਜਾਂਦਾ ਹੈ। ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਇਨਸਾਨ ਪੈਦਾ ਹੋ ਰਿਹਾ ਹੈ ਉਹਦਾ ਤਾਂ ਕੋਈ ਉਹਦੇ ਵਿੱਚ ਰੋਲ ਹੀ ਨਹੀਂ ਹੈਗਾ। ਇਸ ਕਰਕੇ ਕਬੀਰ ਜੀ ਕਹਿ ਰਹੇ ਭਾਈ ਕਿਸੇ ਨੂੰ ਪਾਟ ਪਟੰਬਰ ਰੇਸ਼ਮੀ ਵਸਤਰ ਅਮੀਰੀ ਦੇ ਦਿੱਤੀ, ਕਿਸੇ ਨੂੰ ਜਿਹੜਾ ਹੈਗਾ ਪਲੰਗ ਦੇ ਦਿੱਤੇ, ਨਿਵਾਰ ਵਾਲੇ ਪਲੰਗ ਦੇ ਦਿੱਤੇ ਵਧੀਆ ਜਿਹੜੇ ਹੈਗੇ ਆ ਅਮੀਰੀ ਦੇ। ਕਾਹੂ ਗਰੀ ਗੋਦੜੀ ਨਾਈ, ਕਿਸੇ ਕੋਲ ਗਲੀ ਸੜੀ ਗੋਦੜੀ ਜਿਹੜੀ ਹੈਗੀ ਉਹ ਵੀ ਹੈ ਨਹੀਂ ਗੀ। ਕਾਹੂ ਖਾਨ ਪਰਾਰਾ, ਉਹ ਕਿਸੇ ਦੀ ਖਾਨ ਜਿਹੜਾ ਹੈਗਾ ਖਾਨਾ ਜਿਹੜਾ ਹੈਗਾ ਘਰ ਜਿਹੜਾ ਹੈਗਾ ਉਹ ਪਰਾਲੀ ਦਾ ਹੀ ਬਣਿਆ ਹੋਇਆ, ਥੱਲੇ ਵੀ ਪਰਾਲੀ ਉੱਤੇ ਵੀ ਜਿਹੜਾ ਹੈਗਾ ਘਾਹ ਫੂਸ ਹੀ ਹੈਗਾ। ਇਸ ਕਰਕੇ ਪਿਆਰਿਆ ਇਹ ਰਖਵਾਦ ਨਾ ਕੀਜੇ ਰੇ ਮਨ, ਹਿਰਖ ਨਾ ਕਰ। ਦੇਖ ਤੂੰ ਜਿਹੜਾ ਹੈਗਾ ਦੇਖ ਕੇ ਜਿਹੜਾ ਹੈਗਾ ਸੜ ਨਾ। ਅਹਰਖ ਕਹਿੰਦੇ ਆ ਵੀ ਜਿਹੜਾ ਦੂਸਰੇ ਨੂੰ ਦੇਖ ਕੇ ਜਿਹੜਾ ਹੈਗਾ ਈਰਖਾ ਕਰਨੀ, ਕਹਿੰਦੇ ਈਰਖਾ ਨਾ ਕਰ, ਇਹਦੇ ਵਿੱਚ ਈਰਖਾ ਨਾ ਕਰ। ਹੇ ਮੇਰੇ ਮਨਾ ਸੁਕ੍ਰਿਤ ਕਰ ਕਰ ਲੀਜੇ ਰੇ ਮਨ ਰਹਾਓ। ਦੇਖ ਨੇਕ ਕਮਾਈ ਕਰ, 10 ਨੌਆਂ ਦੀ ਨੇਕ ਕਮਾਈ ਕਰ, ਜੋ ਮਿਲਦਾ ਹੈ ਉਹਨੂੰ ਲੈ, ਕੋਈ ਆਬਜੈਕਸ਼ਨ ਨਹੀਂ ਹੈਗਾ। ਅਹਰਖ ਵਾਦ ਵਿਵਾਦ ਈਰਖਾ ਅਹਰਖਵਾਦ ਨਾ ਕੀਜੇ ਰੇ ਮਨ ਸੁਕ੍ਰਿਤ ਕਰ ਲੀਜੇ ਰੇ ਮਨ।
नेक कमाई कर, सुकृत कर, और जो कुछ भी तैनू मिल रहा लै। और इनू टारगेट ना समझ। ये जिहड़ा हैगा जीवन यापन हैगा, ये जिहड़ा हैगा जिहड़ी यात्रा ते आया, यात्रा दे वास्ते जिहड़ा हैगा ये यात्रा दे वास्ते जिहड़ा हैगा सुविधावां हैगियां। इन्हां तो बगैर यात्रा नहीं हो सकदी। इस करके सुकृत कर कर लीजे रे मन, सुकृत कर। और जिहड़ी किरत सब तो सुकृत हैगी आ, वो हैगी भगती, ध्यान, सिमरन। जिहड़ी यात्रा ते आया तू वो काम रहाओ। कुम्हार है एक जो माटी गूंदी, बहु विद्वानी लाई। देख कुम्हार जिहड़ा हैगा ये भांडे बनाउण वाला हैगा। मिट्टी जिहड़ी हैगी उहने गुन लई, उस मिट्टी दे विच उहने तरह तरह दे भांडे बना दिते। बथेरी बाणी दे जिहड़े अलग अलग टाइप दे, अलग अलग रंगां दे भांडे बना दिते उहने। काहू मैं मोती मुक्ता हाल, काहू ब्याद लगाई। और वो भांडे दे विच किसे दे विच मोती, हीरे मोती कीमती समान पिया होया, किसे दे विच जिहड़ा हैगा ब्याद जिहड़ी हैगी आ, शराब जां होर जिहड़ी हैगी माड़ी चीज़ भी पई हुई है। ये सारी दी सारी वो मालक परमात्मा दी गेम हैगी भाई। सू मैं धन राखन को दिया, मुग्ध कहे धन मेरा। होर एक गल होर याद रख ला, दुनिया दे विच जो कुछ भी मिलना आ वो इत्थे दे इत्थे जिहड़ा यूज़ कर लिया, बाकी तू उन्हां चों एक सूई भी नहीं लिजा सकदा। जो भी धन दौलत, जो कुछ भी तेरी जिहड़ी हैगी ਇੱਥੇ ਦੇ ਇੱਥੇ ਹੀ ਰਹਿ ਜਾਣਾ। ਜਿਵੇਂ ਕੋਈ ਸੂਮ ਨੂੰ ਰੱਖਣ ਦੇ ਵਾਸਤੇ ਦੇ ਦਈਏ, ਸੂਮ ਕਹਿੰਦੇ ਕੰਜੂਸ ਨੂੰ, ਔਰ ਕੰਜੂਸ ਕਹਿ ਕੇ ਇਹ ਧਨ ਮੇਰਾ ਹੈਗਾ। ਨਾ ਬਈ ਨਾ, ਕੁਛ ਵੀ ਨਹੀਂ ਲਿਜਾ ਸਕਦਾ, ਤੇਰਾ ਕੁਛ ਵੀ ਨਹੀਂ ਹੈਗਾ, ਈਵਨ ਤੇਰਾ ਸਰੀਰ ਵੀ ਨਹੀਂ ਹੈਗਾ। ਸੂਮੇ ਧਨ ਰਾਖਣ ਕੋ ਦਿਆ, ਮੁਗਧ ਕਹਿੰਦੇ ਮੂਰਖ ਕਹਿੰਦਾ ਮੇਰਾ ਹੈ ਧਨ। ਜਮ ਕਾ ਡੰਡ ਮੂੰਡ ਮੈਂ ਲਾ ਕੇ ਖਿੰਨ ਮੈਂ ਕਰੇ ਨਿਬੇਰਾ। और जब शरीर जिहड़ा हैगा जम दा डंडा बजिया, जद उन्होंने कड्डे सवास, लै चले भाई आत्मा नूं, फिर जिहड़ा हैगा पता लग जाता है भाई किहदा हैगा। वो शरीर भी उत्थे ही पिया रहिंदा है, खिंच निबेड़ा हो जाता है भाई, एक खिंच निबेड़ा हो जाता है। आपां नहीं सोचते बई मरना भी हैगा। हर जन उत्तम भगत सदावै, आग्या मने सुख पाई। कहते हरि दे जन जिहड़े हैगे, ਜਿਹੜੇ ਮਾਲਕ परमात्मा ਨੂੰ ਆਪਣੇ ਸਕੈਡਿਊਲ ਦੇ ਵਿੱਚ ਲੈ ਕੇ ਆਉਂਦੇ ਆ, ਕਹਿੰਦੇ ਉਹ ਤਾਂ ਭਗਤ ਹੈਗੇ ਭਾਈ। ਉਹਨਾਂ ਨੂੰ ਤਾਂ ਲੋਕੀ ਭਗਤ ਕਹਿੰਦੇ ਆ, ਉੱਤਮ ਹੈਗੇ ਆ ਉਹ, ਕਿਉਂਕਿ ਉਹ परमात्मा ਦੀ ਆਗਿਆ ਜੋ ਹੈ, ਮਾਲਕ परमात्मा ਦੀ ਉਹਨਾਂ ਦੇ ਮਨ 'ਚ ਹੁੰਦੀ ਆ, ਮੰਨਦੇ ਆ ਆਗਿਆ ਨੂੰ ਔਰ ਸੁਖੀ ਰਹਿੰਦੇ ਆ। जो तिस भावै सत कर मानै, पाणा मने वसाए। जो तिस भावै सत कर माने, जो मालक परमात्मा ਨੂੰ ਪਾਉਂਦਾ ਹੈ, ਜੋ ਮਾਲਕ परमात्मा ਕਰ ਰਿਹਾ ਹੈ, ਜੋ ਦੇ ਰਿਹਾ ਹੈ, ਬਸ ਉਸੇ ਨੂੰ ਜਿਹੜਾ ਹੈਗਾ ਮਨ 'ਚ ਵਸਾਉਂਦੇ ਆ। ਔਰ ਉਹਦਾ ਮੇਨ ਭਾਣਾ ਜਿਹੜਾ ਮਾਲਕ ਨੇ ਕਾਹਦੇ ਵਾਸਤੇ ਸਰੀਰ ਬਣਾਇਆ, ਕਾਹਦੇ ਵਾਸਤੇ ਜਿਹੜਾ ਹੈਗਾ ਦੁਨੀਆ 'ਚ ਭੇਜਿਆ, ਉਹਨੂੰ ਆਪਣੇ ਧਰਮ ਨੂੰ ਜਿਹੜਾ ਹੈਗਾ ਤੋੜ ਨਿਭਾਉਂਦੇ ਆ। कहे कबीर सुनो रे संतो, मेरी मेरी झूठी। हे साधुओ, संतां नूं कह रहे संतो, साधना करन वालिओ। बाकी होर दुनिया दे लोकी हैगे, उन्हां दा कोई कबीर जी कोई उन्हां दा जिहड़ा हैगा उन्हां नूं कोई कंसर्न नहीं हैगा कबीर जी दा, क्योंकि उन्हां दा कंसर्न ही नहीं है भगती। कहे कबीर सुनो रे संतो, मेरी मेरी झूठी, मेरी मेरी झूठी है कहते पाए। कोई किसी का कुछ नहीं हैगा इत्थे आए हो जिमें जिहड़ा हैगा एक सरां दे विच आउणे आपां, उस तरीके दे नाल हैगे आपां भाई। कोई चीज़ लैके नहीं जा सकते। कहे कबीर सुनो रे संतो, मेरी मेरी झूठी। चिरगट फार चटारा लै गयो, तरी तागरी छूटी। देख लो पाए,
ਇਹ ਪਿੰਜੜਾ ਜਿਹੜਾ ਹੈਗਾ ਚਿਰਗਟ ਹੈਗਾ, ਇਹ ਪਿੰਜੜਾ ਤੋੜ ਕੇ ਇਹਦੇ ਵਿੱਚੋਂ ਦੀ ਆਤਮਾ ਨੂੰ ਲੈ ਜਾਣਾ ਹੈ, ਜੀਵ ਨੂੰ ਲੈ ਜਾਣਾ ਹੈ, ਚਟਾਰੇ ਨੂੰ ਲੈ ਜਾਣਾ ਹੈ, ਚਿੜੇ ਨੂੰ ਲੈ ਜਾਣਾ ਹੈ, ਪੰਛੀ ਨੂੰ ਲੈ ਜਾਣਾ ਹੈ। ਤਰੀ ਤਾਗਰੀ ਛੁੱਟੀ। ਔਰ ਦੁਨੀਆ ਜੋ ਕੁਛ ਵੀ ਜਿੱਥੇ ਵੀ ਜੋ ਕੁਛ ਕਰ ਰਹੇ ਹੈ ਭਾਈ, ਉਹ ਸਾਰਾ ਤੇਰਾ ਰੂਟੀਨ ਦਿਨਚਰਿਆ ਜਿਹੜੀ ਹੈ, ਜੋ ਕੁਛ ਖਾਣਾ ਪੀਣਾ ਸੌਣਾ ਹੱਸਣਾ ਸਭ ਛੁੱਟ ਜਾਂਦਾ ਹੈ। आशा हम मस्कीन खुदाई बंदे तुम राजस मने पावै। तुम राजस नहीं, परमात्मा ਨੂੰ ਐਡਰੈਸ ਨਹੀਂ ਹੋ ਰਿਹਾ। ਅਸੀਂ 480 ਅੰਗ ਦੇ ਉੱਤੇ ਹੈਗੇ ਆ ਜੀ। ਅਸੀਂ ਲੈ ਰਹੇ ਹਾਂ 17ਵਾਂ ਸ਼ਬਦ, ਲੜੀ ਦਾ ਚੌਥਾ ਮੋਤੀ। हम मस्कीन आशा हम मस्कीन खुदाई बंदे। कबीर जी कहते भाई मैं कुछ नहीं हैगा, मैं तो बिल्कुल मच्छर हैगा, मस्कीन हैगा, खुदाई बंदे। मैं तो बस वो मालक परमात्मा ने मैनू बनाया है, ओदा बंदा हैगा। तुम राजस मने पावे। और तुसी जिहड़े हैगे, तुहानू जिहड़ा हैगा, ਤੁਹਾਨੂੰ ਲੋਕਾਂ ਦੇ ਉੱਤੇ ਰਾਜ ਕਰਨਾ ਚੰਗਾ ਲੱਗਦਾ ਹੈ। ਰਾਜਸ ਮਨੇ ਭਾਵ ਤੁਹਾਡੇ ਮਨ ਨੂੰ ਰਾਜ ਕਰਨਾ ਚੰਗਾ ਲੱਗਦਾ ਹੈ। ਕਿਹਨੂੰ ਕਹਿ ਰਹੇ ਆ? ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੇ, ਕਾਜੀ ਬੋਲਿਆ ਬਨ ਨਹੀਂ ਆਵੇ ਰਾਹੋ। ਕਾਜੀ ਨੂੰ ਕਹਿ ਰਹੇ ਭਾਈ, ਜਿਹੜੇ ਉੱਚੀ ਪੋਸਟ ਤੇ ਬੈਠੇ, ਜਿਨ੍ਹਾਂ ਦੇ ਹੱਥ ਦੇ ਵਿੱਚ ਨਿਆਂ ਹੈਗਾ। ਕਹਿੰਦੇ ਤੁਹਾਨੂੰ ਕੀ, ਤੁਹਾਨੂੰ ਜਿਹੜਾ ਹੈਗਾ ਪਾਵਰ ਚੰਗੀ ਲੱਗਦੀ ਆ। ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨੇ ਪਾਵੈ। ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੇ। ਅੱਲਾ ਅਵਲ, ਉਹ ਮਾਲਕ ਪਰਮਾਤਮਾ ਅਵਲ ਇੱਕ, ਦੀਨ ਕੋ ਸਾਹਿਬ ਸਾਰੇ ਧਰਮਾਂ ਦਾ ਮਾਲਕ ਹੈਗਾ। ਉਹ ਮਾਲਕ ਪਰਮਾਤਮਾ ਸਾਰਿਆਂ ਦਾ ਜ਼ੋਰ ਨਹੀਂ ਫਰਮਾਵੇ। ਉਹਦਾ ਹੁਕਮ ਥੋੜ੍ਹੀ ਨਾ ਹੈਗਾ। ਉਹ ਤਾਂ ਨਹੀਂ ਕਹਿੰਦਾ ਕਿਸੇ ਦੇ ਉੱਤੇ ਧੱਕਾ ਕਰੋ, ਜ਼ੋਰ ਕਰੋ, ਦਬਾਓ ਕਿਸੇ ਨੂੰ। ਅੱਲਾ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫਰਮਾਵੇ, ਕਾਜੀ ਬੋਲਿਆ ਬਨ ਨਹੀਂ ਆਵੇ ਰਹਾਓ। ਹੇ ਕਾਜੀ, ਤੇਰਾ ਜਿਹੜਾ ਹੈਗਾ, ਜੋ ਤੂੰ ਬੋਲ ਰਿਹਾ ਹੈ, ਜੋ ਤੂੰ ਗੱਲ ਕਰ ਰਿਹਾ ਆ, ਔਰ ਜੋ ਤੂੰ ਕੰਮ ਕਰ ਰਿਹਾ ਆ, ਇਹ ਦੋਨੋਂ ਜਿਹੜੇ ਹੈਗੇ ਬਣ ਨਹੀਂ ਰਹੇ। ਬੋਲ ਕੁਛ ਰਿਹਾ ਆ ਤੇ ਕਰ ਕੁਛ ਰਿਹਾ ਆ। ਜੋ ਬੋਲ ਰਿਹਾ ਆ ਉਹ ਕਰ ਨਹੀਂ ਰਿਹਾ। ਕਾਜੀ ਬੋਲਿਆ ਬਨ ਨਹੀਂ ਆਵੇ ਰਹਾਓ। ਦੇਖ ਲਾ, ਰੋਜ਼ਾ ਤਰੈ ਨਿਵਾਜ਼ ਗੁਜ਼ਾਰੇ, ਕਲਮਾ ਪਿਸ਼ਤ ਨਾ ਹੋਈ। ਦੇਖ ਤੂੰ ਕੀ ਕਰਦਾ ਹੈ, ਰੋਜ਼ਾ ਰੱਖਦਾ ਹੈ, ਨਮਾਜ਼ ਪੜ੍ਹਦਾ ਹੈ 5 ਵਕਤ, ਕਲਮਾ ਵੀ ਪੜ੍ਹਦਾ ਹੈ। ਪਿਆਰਿਆ, ਇਹਦੇ ਨਾਲ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਨੇੜਤਾ ਤਾਂ ਨਹੀਂ ਹੋ ਸਕਦੀ। ਪਿਸ਼ਤ ਸਵਰਗ, ਇਹਦੇ ਨਾਲ ਤਾਂ ਨਹੀਂ ਜਿਹੜਾ ਹੈਗਾ ਮਾਲਕ ਦੀ ਨੇੜਤਾ ਹੋ ਸਕਦੀ ਭਾਈ। ਇਕੱਲੇ ਇਸੇ ਦੇ ਨਾਲ ਬਈ ਇੱਧਰੋਂ ਜਿਹੜਾ ਹੈਗਾ ਇਹ ਸਾਰਾ ਧਾਰਮਿਕ ਰਸਮਾਂ ਕਰੇ, ਔਰ ਦੂਸਰੇ ਪਾਸੇ ਜਿਹੜਾ ਹੈਗਾ ਤੂੰ ਠੱਗੀ ਮਾਰੇ, ਔਰ ਦੂਸਰਿਆਂ ਦਾ ਹੱਕ ਖੋਲੇ, ਦੂਸਰਿਆਂ ਨੂੰ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਤਸ਼ੱਦਦ ਕਰੇ। ਰੋਜ਼ਾ ਤਰੇ ਨਿਵਾਜ਼ ਗੁਜ਼ਾਰੇ, ਕਲਮਾ ਪਿਸ਼ਤ ਨਾ ਹੋਈ। 70 ਕਾਬਾ ਕਠੀ ਪੀਤਰ, ਜੇਕਰ ਜਾਣੇ ਕੋਈ। 70 ਕਹਿੰਦੇ ਗੁਪਤ, ਕਹਿੰਦੇ ਉਹ ਕਾਬਾ ਜਿਹੜਾ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿੱਥੇ ਤੂੰ ਕਾਬੇ ਦੇ ਵਿੱਚ ਮੱਕਾ ਮਦੀਨਾ ਜਾ ਕੇ ਲੱਭਦਾ ਆ, ਉਹ ਤਾਂ ਤੇਰੇ ਅੰਦਰ ਹੀ ਗੁਪਤ ਰੂਪ 'ਚ ਹੈਗਾ ਉਹ ਕਾਬਾ। 70 ਮਤਲਬ ਗੁਪਤ, ਕਾਠੀ ਹੀ ਪੀਤਰ ਤੇਰੇ ਅੰਦਰ ਹੀ ਹੈਗਾ। ਜੇਕਰ ਜਾਣੇ ਕੋਈ, ਜੇ ਕੋਈ ਸਮਝ ਲੈ ਇਸ ਗੱਲ ਨੂੰ। ਨਿਵਾਜ਼ ਸੋਈ ਜੋ ਨਿਆਂ ਵਿਚਾਰੇ। ਨਿਮਾਜ਼ ਤਾਂ ਉਹ ਹੈਗੀ ਭਾਈ ਜਿਹੜਾ ਨਿਆਂ ਕਰਦਾ ਇਨਸਾਨ, ਤਾਂ ਉਹਦੀ ਨਮਾਜ਼ ਪੜ੍ਹੀ ਹੋਈ ਸਫਲ ਹੈਗੀ ਆ। ਨਮਾਜ਼ ਸੋਈ
ਜੋ ਨਿਆਮ ਵਿਚਾਰੇ ਕਲਮਾ ਅਕਲਾਂ ਜਾਣੇ। ਔਰ ਕਲਮਾ ਜਿਹੜਾ ਹੈਗਾ ਉਹ ਵੀ ਜਿਹੜਾ ਇਨਸਾਨ ਜਿਹੜਾ ਹੈਗਾ ਵਿਵੇਕ ਬੁੱਧੀ ਵਰਤ ਰਿਹਾ ਹੈ, ਸੱਚਾਈ ਦੇ ਉੱਤੇ ਚੱਲ ਰਿਹਾ ਹੈ, ਤੇ ਉਹ ਜਿਹੜਾ ਕਲਮਾ ਵੀ ਹੈਗਾ ਭਾਈ। ਪਾਂਚੋ ਮੁਸ ਮੁਸੱਲਾ ਵਿਛਾਵੈ ਤਬ ਤੋ ਦੀਨ ਪਛਾਨੈ। ਔਰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈ ਪੰਜਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਮੁੱਸ ਕੇ, ਇਹਨਾਂ ਨੂੰ ਠੱਗ ਕੇ, ਇਹਨਾਂ ਨੂੰ ਲੁੱਟ ਕੇ ਔਰ ਇਹਨਾਂ ਦੇ ਉੱਤੇ ਮੁਸੱਲਾ ਵਿਛਾ ਕੇ ਬਹਿ ਜਾਏ, ਇਹਨਾਂ ਨੂੰ ਆਪਣੇ ਅਧੀਨ ਰੱਖੇ। ਪਾਂਚੋ ਮੁਸੱਲਾ ਕਹਿੰਦੇ ਜਿਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਆ, ਬੰਦਗੀ ਕਰਦੇ ਆ। ਤਬ ਤੋਂ ਦੀਨ ਪਛਾਣੇ, ਤਾਂ ਤੂੰ ਭਾਈ ਦੀਨ ਪਛਾਣ ਲਿਆ, ਤਾਂ ਤੂੰ ਆਪਣਾ ਜਿਹੜਾ ਹੈਗਾ ਧਰਮ ਜਾਣ ਲਿਆ। ਖਸਮ ਪਛਾਣ ਤਰਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ। ਮਾਲਕ ਪਰਮਾਤਮਾ ਨੂੰ ਪਛਾਣ ਹਰੇਕ ਦੇ ਅੰਦਰ, ਆਪਣੇ ਅੰਦਰ ਵੀ ਹਰੇਕ ਦੇ ਅੰਦਰ ਮਾਲਕ ਪਰਮਾਤਮਾ ਹੈਗਾ। ਤਰਸ ਕਰ ਆਪਣੇ ਜੀ ਦੇ ਵਿੱਚ, ਔਰ ਆਪਣੀ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆ ਦੂਸਰੇ ਤੇ ਤਸ਼ੱਦਦ ਕਰਨਾ, ਦੂਸਰੇ ਨੂੰ ਜਿਹੜਾ ਹੈਗਾ ਢਾਉਣਾ, ਮਾਰ ਮਣੀ ਕਹਿੰਦੇ ਇਹਨੂੰ ਫਿੱਕੀ ਕਰ ਦੇ। ਆਪਣਾ ਹੰਕਾਰ, ਆਪਣੀ ਹਉਮੈ ਇਹਨੂੰ ਮਿਟਾ, ਮਾਰ ਮਣੀ ਕਰ ਫਿੱਕੀ। ਆਪ ਜਨਾਏ ਅਵਰ ਕੋ ਜਾਣੈ ਤਬ ਹੋਏ ਪਿਸ਼ਤ ਸਰੀ ਕੀ। ਦੇਖ ਆਪਣੇ ਆਪ ਨੂੰ ਗਿਆਨ ਦੇ, ਪਹਿਲਾਂ ਆਪਣੇ ਆਪ ਨੂੰ ਗਿਆਨ ਦੇ, ਫਿਰ ਕਿਸੇ ਹੋਰ ਨੂੰ ਦੇ। ਆਪ ਜਨਾਏ ਅਵਰ ਕੋ ਜਾਣੇ, ਜੇ ਜਿਹਾ ਆਪ ਹੈਗਾ ਉਹ ਜੇ ਦੂਸਰੇ ਨੂੰ ਸਮਝ, ਤਬ ਹੋਏ ਪਿਸ਼ਤ ਸ਼ਰੀਕੀ। ਤਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਮਹਿਲ ਦੇ ਵਿੱਚ, ਦਰਗਾਹ ਦੇ ਵਿੱਚ, ਪਿਸ਼ਤ ਦੇ ਵਿੱਚ ਤੇਰੀ ਜਿਹੜੀ ਹੈ ਸ਼ੇਅਰਿੰਗ ਹੁੰਦੀ ਹੈ ਬਾਈ, ਸ਼ੇਅਰਿੰਗ ਹੁੰਦੀ ਹੈ, ਸ਼ੇਅਰਿੰਗ। ਆਪ ਜਨਾਏ ਅਵਰ ਕੋ ਜਾਣੇ ਤਬ ਹੋਏ ਪਿਸ਼ਤ ਸ਼ਰੀਕੀ। ਮਾਟੀ ਏਕ ਭੇਖ ਤਰੇ ਨਾਨਾ ਤਾਂ ਮੈਂ ਬ੍ਰਹਮ ਪਛਾਨਾ। ਕਹਿੰਦੇ ਮਿੱਟੀ ਇੱਕੋ ਹੀ ਹੈ ਸਾਰਿਆਂ ਦੀ, ਔਰ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਹੈਗਾ। ਅਨੇਕਾਂ ਪ੍ਰਕਾਰ ਦੇ ਭੇਖ ਦਿਖਣ ਨੂੰ ਲੱਗ ਰਹੇ ਹੈ ਉਹ ਮਾਲਕ ਪਰਮਾਤਮਾ ਹੀ ਸਾਰਿਆਂ ਦੇ ਵਿੱਚ। ਉਹਦੇ ਵਿੱਚ ਬ੍ਰਹਮ ਨੂੰ ਪਛਾਣ। ਇਸ ਮਿੱਟੀ ਦਾ ਭੇਤ ਨਾ ਪੰਜਾਂ ਤੱਤਾਂ ਦੇ ਨਾਲ ਧੋਖਾ ਨਾ ਖਾ। ਮਾਟੀ ਏਕ ਭੇਖ ਤਰੇ ਨਾਨਾ ਤਾਂ ਮੈਂ ਬ੍ਰਹਮ ਪਛਾਨਾ। ਕਹੈ ਕਬੀਰਾ ਪਿਸ਼ਤ ਛੋੜ ਕਰ ਦੋ ਜ਼ਖਸਿਓ ਮਨ ਮਾਨਾ। ਨਹੀਂ ਤਾਂ ਪਿਆਰਿਆ ਦੇਖ ਲਾ, ਇਹ ਰਸਤਾ ਰੱਬ ਵਾਲੇ ਪਾਸੇ ਤਾਂ ਨਹੀਂ ਜਾਂਦਾ, ਹਾਂ ਨਰਕ ਨੂੰ ਜ਼ਰੂਰ ਜਾਂਦਾ ਹੈ ਭਾਈ। ਹਾਲੇ ਸਮਾਂ ਹੈਗਾ ਤੇਰੇ ਕੋਲ, ਸਵਾਸ ਹੈਗੇ ਤੇਰੇ ਕੋਲ, ਹਾਲੇ ਵੀ ਜਿਹੜਾ ਹੈਗਾ ਸ਼ਿਫਟ ਹੋਣ ਦਾ ਚਾਂਸ ਹੈਗਾ ਭਾਈ। ਸਟੀਅਰਿੰਗ ਦੇ ਉੱਤੇ ਜਿਹੜਾ ਹੈਗਾ ਘੁਮਾ ਦੇ ਸਟੀਅਰਿੰਗ ਨੂੰ। ਆਸਾ ਇਸ ਤੋਂ ਅੱਗੇ ਸ਼ਬਦ ਆ ਗਿਆ, ਗगन नगर एक बूंद न बरख है नाद कहाँ जो समाना। पार ब्रह्म परमेश्वर माधो परमहंस ले सिधाना। ਆ ਸ਼ਬਦ ਪੜ੍ਹਦੇ ਹਾਂ ਜੀ ਆਪਾਂ। ਕੋਈ ਮਰ ਜਾਂਦਾ ਹੈ ਉਸ ਦੀ ਮਰਗਤ ਦੇ ਉੱਤੇ ਬਈ ਹੁਣ ਨਹੀਂ, ਹੁਣ ਕੋਈ ਆਵਾਜ਼ ਨਹੀਂ ਆ ਰਹੀ। ਹੁਣ ਪਰਮੇਸ਼ਰ ਨੇ ਜਿਹੜਾ ਹੈਗਾ ਪਰਮਹੰਸ ਜਿਹੜੀ ਆਤਮਾ ਲੈ ਕੇ ਚਲਾ ਗਿਆ ਭਾਈ। ਕਮਾ ਲਿਆ ਜੀ, ਕਮਾ ਲਿਆ। गगन नगर एक बूंद ना बरख है नाद कहाँ जो समाना। ਗਗਨ ਨਗਰ ਜਿਹੜਾ ਹੈਗਾ, ਗਗਨ ਮੰਡਲ ਜਿਹੜਾ ਹੈਗਾ, ਵਿਚਾਰ ਜਿਹੜੇ ਆ ਰਹੇ ਸੀ ਆਪਾਂ ਨੂੰ ਆਪਣੀ ਸੁਰਤ ਦੇ ਵਿੱਚ। ਕਹਿੰਦੇ ਹੁਣ ਜਿਹੜੇ ਹੈਗੇ ਵਿਚਾਰ, ਜਿਹੜੇ ਇੱਕ ਵੀ ਵਿਚਾਰ ਨਹੀਂ ਆਉਂਦਾ, ਇੱਕ ਵੀ ਵਿਚਾਰ ਨਹੀਂ ਆਉਂਦਾ, ਇੱਕ ਵੀ ਬੂੰਦ ਨਹੀਂ ਆਉਂਦੀ ਹੁਣ ਭਾਈ। ਕਟੀ ਪਤੰਗ ਵਾਂਗੂ ਜਿਹੜੇ ਹੈਗੇ ਪਟਲ ਦੇ ਉੱਤੇ, ਚਿੱਤ ਦੇ ਉੱਤੇ ਵਿਚਾਰ ਆਉਂਦੇ ਸੀਗੇ। ਕਹਿੰਦੇ ਹੁਣ ਜਿਹੜੇ ਹੈਗੇ ਵਿਚਾਰ ਨਹੀਂ ਆਉਂਦੇ, ਇੱਕ ਵੀ ਵਿਚਾਰ ਨਹੀਂ ਆਉਂਦਾ। ਗਗਨ ਨਗਰ ਇੱਕ ਬੂੰਦ ਨਾ ਵਰਖ ਹੈ ਨਾਦ ਕਹਾਂ ਜੋ ਸਮਾਨਾ। ਇੰਨਾ ਨਾਦ ਸੀਗਾ, ਇੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਆ, ਇੰਨੇ ਜਿਹੜੇ ਹੈਗੇ ਮੇਰੇ ਅੰਦਰ ਖਿੱਚਾਂ ਪਈਆਂ ਹੋਈਆਂ ਸੀ, ਇੰਨੇ ਵਿਚਾਰ ਆਉਂਦੇ ਸੀਗੇ। ਭਾਰੀ ਨਹੀਂ ਆਉਂਦੀ ਸੀਗੀ, ਅੱਖਾਂ ਦੀ, ਕੰਨਾਂ ਦੀ, ਨੱਕ ਦੀ, ਜੀਭ ਦੀ, ਇੰਦਰੀ ਦੀ, ਇੰਨੇ ਵਿਚਾਰ, ਇੰਨਾ ਸਾਰਾ ਨਾਦ ਚੱਲੀ ਜਾਂਦਾ ਸੀ ਇਹਨਾਂ ਦਾ ਜਿਹੜਾ ਰਾਮ ਰੌਲਾ। ਕਹਿੰਦੇ ਕਿੱਥੇ ਚਲਾ ਗਿਆ ਉਹ, ਇਹ ਕੀ ਹੋ ਗਿਆ। ਗगन ਨਗਰ ਇੱਕ ਬੂੰਦ ਨਾ ਵਰਖ ਹੈ
नाद कहाँ जो समाना। पार ब्रह्म परमेश्वर माधव परमहंस ले सिधाना। परमहंस भी ਵਿੱਚ ਹੀ ਲਾ ਦਿਓ। ਪਰਮੇਸ਼ਰ ਦੇ ਨਾਮ ਹੈਗੇ ਸਾਰੇ। ਸਭ ਤੋਂ ਪਰਮ ਹੰਸ ਆਤਮਾ ਪਰਮਾਤਮਾ। ਪਾਰ ਬ੍ਰਹਮ ਬ੍ਰਹਮ ਤੋਂ ਪਰੇ ਪਰਮ ਈਸ਼ਵਰ ਮਾਧੋ ਮਾਇਆ ਦਾ ਪਤੀ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਕਹਿੰਦੇ ਮਾਲਕ ਨੇ ਕਿਰਪਾ ਕਰ ਦਿੱਤੀ ਪਿਆਰਿਆ। ਮਾਲਕ ਲੈ ਗਿਆ, ਉਹਦੀ ਮਾਇਆ ਸੀ, ਉਹਦਾ ਸ਼ੋਰ ਸੀਗਾ ਸਾਰਾ ਦਾ ਸਾਰਾ, ਮਾਲਕ ਲੈ ਗਿਆ। ਮਾਲਕ ਨੇ ਮਿਹਰ ਕਰ ਦਿੱਤੀ, ਤੇਰੇ ਧਿਆਨ ਸਿਮਰਨ ਨੂੰ, ਤੇਰੀ ਭਗਤੀ ਨੂੰ ਫਲ ਲੱਗ ਗਿਆ। ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਕਹਿੰਦੇ ਇੰਨਾ ਬੋਲਦੇ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਗਿਆਨ ਇੰਦਰੀਆਂ ਮੇਰੀਆਂ ਇਸ ਤਰ੍ਹਾਂ ਥਿਰਕਦੀਆਂ ਸੀਗੀਆਂ। ਕਹਿੰਦੇ ਕਿੱਥੇ ਚਲੇ ਗਏ ਦੇਹੀ ਦੇ ਵਿੱਚ, ਇੱਥੇ ਸਰੀਰ ਦੇ ਵਿੱਚ ਹੀ ਰਹਿੰਦੇ ਸੀ ਸਾਰੇ, ਕਿੱਥੇ ਚਲੇ ਗਏ। ਕਹਿੰਦੇ ਬਾਬਾ ਬੋਲਤੇ ਤੇ ਕਹਾਂ ਗਏ, ਕਿੱਥੇ ਚਲੇ ਗਏ ਭਾਈ। ਦੇਹੀ ਕੇ ਸੰਗ ਰਹਤੇ, ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ कहते ਰਹਾਓ। ਜੀਭ ਨਹੀਂ ਬੋਲਦੀ ਸੀ, ਮੂੰਹ ਨਹੀਂ ਬੋਲਦਾ ਸੀਗਾ, ਤਾਂ ਵੀ ਸੁਰਤੀ ਦੇ ਵਿੱਚ ਜਿਹੜਾ ਹੈਗਾ ਵਿਚਾਰਾਂ ਦੇ ਵਿੱਚ ਜਿਹੜਾ ਇੰਨਾ ਨਿਰਤ ਚੱਲਦਾ ਸੀਗਾ। ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ कहते। ਵਾਰਤਾ ਟੁੱਟਦੀ ਨਹੀਂ ਸੀ, ਲੜੀ ਛਾਂਦੀ ਨਹੀਂ ਸੀਗੀ। ਇਸ ਤਰ੍ਹਾਂ ਵਿਚਾਰ ਆਉਂਦੇ ਸੀ, ਇਸ ਤਰ੍ਹਾਂ ਜਿਹੜੇ ਹੈਗੇ ਚੱਲਦਾ ਸੀਗਾ। ਕਹਿੰਦੇ ਕਿੱਥੇ ਚਲੇ ਗਏ ਭਾਈ, ਕਿੱਥੇ ਚਲੇ ਗਈ ਮੰਡਲੀ ਭਾਈ। ਬਾਬਾ ਬੋਲਤੇ ਤੇ ਕਹਾਂ ਗਏ, दही के संग रहते, सुरत माए जो नृत्य करते, कथा वार्ता कहते रहो। बजावन हारो कहाँ गयो, जिन है मंदिर कीना। कहते वो बजाउन वाला किधर चला गया भाई, वो मन किधर चला गया। जिन्हें मंदिर जड़ा कंट्रोल किया होया सी, जिहदे कोल चार्ज सीगा पूरा दा पूरा, वो बजाउन वाला किधर चला गया भाई। बजावन हारो कहाँ गयो, जिन्हें मंदिर की ना। साखी शब्द सुरत नहीं उपजै, खिंच तेज सब लीना। कहते कमाल हो गया। हुण जिहड़ी हैगी है इहदी कोई जिहड़ी है कोई साखी जिहड़ी इहदी कोई गलबात जिहड़ी है इहदी कोई आउंदी नहीं शिक्षा, कोई शब्द नहीं आउंदा, कोई सुरत दे विच जिहड़ा हैगा कोई जिहड़ा हैगा विचार पैदा ही नहीं हुंदा, कोई शब्द पैदा नहीं हो रहा, कोई विचार पैदा नहीं हो रहा। खिंच तेज सब लीना। ਇਹਦੀ ਪਾਵਰ ਕਿੱਧਰ ਨੂੰ ਚਲੀ ਗਈ, ਕਿਹਨੇ ਖਿੱਚ ਲਈ ਇਹਦੀ ਪਾਵਰ। ਮਨ ਦੀ ਜਿਹੜੀ ਪਾਵਰ ਸੀਗੀ, ਇਹਦੀ ਪ੍ਰਾਣ ਸ਼ਕਤੀ ਕਿਹਨੇ ਲੈ ਲਈ। ਸਰਵਨਨ ਵਿਕਲ ਭਾਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਕਮਾਲ ਹੋ ਗਈ। ਕਹਿੰਦੇ ਕੰਨ ਵੀ ਜਿਹੜੇ ਹੈਗੇ ਨਿਸ਼ਫਲ ਜੇ ਹੋ ਗਏ, ਨਿਸ਼ਕ੍ਰਿਆ ਹੋ ਗਏ। ਇੰਦਰੀ ਜਿਹੜੀ ਹੈਗੀ ਕਾਮ ਇੰਦਰੀ ਜਿਹੜੀ ਹੈਗੀ ਇਹਦਾ ਵੀ ਬਲ ਥੱਕ ਗਿਆ, ਇਹ ਵੀ ਸ਼ਾਂਤ ਹੋ ਗਈ। ਚਰਨ ਰਹੇ ਕਰ ਢਰਕ ਪਰੇ। ਪੈਰ ਜਿਹੜੇ ਸੀ ਮਾੜੇ ਪਾਸੇ ਨੂੰ ਜਾਂਦੇ ਸੀਗੇ, ਹੱਥ ਜਿਹੜੇ ਮਾੜੇ ਕੰਮ ਕਰਦੇ ਸੀਗੇ ਉਹ ਵੀ ਜਿਹੜੇ ਹੈਗੇ ਢਰਕ ਹੋ ਗਏ। ਚਰਨ ਵੀ ਮਾੜੇ ਪਾਸਿਓਂ ਜਾਣੋਂ ਰਹਿ ਗਏ, ਹੱਥ ਵੀ ਮਾੜੇ ਕੰਮ ਕਰਨੇ ਤੋਂ ਹਟ ਗਏ। ਮੁਖੋਂ ਨਾ ਨਿਕਸੇ ਬਾਤਾਂ ਮੁਖ ਤੋਂ ਜਿਹੜੀਆਂ ਹੁਣ ਕੋਈ ਜਿਹੜੀਆਂ ਹੈਗੀਆਂ ਇਸ ਟਾਈਪ ਦੇ ਜਿਹੜੇ ਵਿਚਾਰ ਹੀ ਨਹੀਂ ਆਉਂਦੇ, ਮਾਇਆ ਦੇ ਪਦਾਰਥਾਂ ਦੇ ਆਕਾਰ ਦੇ ਸਵਾਦ ਦੇ। ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੇ ਭਰਮ ਤੇ। ਔਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਪੰਜ ਦੂਤ ਤਸਕਰ ਸੀਗੇ, ਇਸ ਤਰ੍ਹਾਂ ਭਟਕਦੇ ਸੀ, ਇਸ ਤਰ੍ਹਾਂ ਜਿਹੜੇ ਹੈਗੇ ਇਹ ਅੰਦਰ ਜਿਹੜੇ ਹੈਗੇ ਇਸ ਤਰ੍ਹਾਂ ਇਹਨਾਂ ਨੇ ਧਮਾਲ ਚੌਕੜੀ ਮਚਾਈ ਹੋਈ ਸੀਗੀ। ਕਹਿੰਦੇ ਉਹ ਵੀ ਭਟਕਣੋਂ ਰੁਕ ਗਏ ਭਾਈ, ਥੱਕ ਗਏ ਹੈਗੇ ਜ਼ਰੂਰ, ਥੱਕ ਗਏ, ਬਹਿ ਗਏ ਥੱਕ ਕੇ। ਥਾਕਾ ਮਨ ਖੁੰਛਰ ਉਰ ਥਾਕਾ, ਤੇਜ ਸੂਤ ਧਰ ਰਮਤੇ। ਕਹਿੰਦੇ ਮਨ ਜਿਹੜਾ ਹੈਗਾ ਹਾਥੀ ਜਿਹੜਾ ਸੀਗਾ ਇੰਨਾ ਪਾਵਰਫੁਲ ਸੀ, ਸੁਣਦਾ ਹੀ ਨਹੀਂ ਸੀ ਕਿਸੇ ਦੀ, ਉਹ ਵੀ ਟਿਕ ਗਿਆ। ਕਹਿੰਦੇ ਔਰ ਹਿਰਦਾ ਵੀ ਸ਼ਾਂਤ ਹੋ ਗਿਆ ਪੂਰਾ, ਥੱਕ ਗਿਆ ਹਿਰਦਾ, ਸ਼ਾਂਤੀ ਆ ਗਈ ਹਿਰਦੇ ਦੇ ਵਿੱਚ। ਤੇਜ ਸੂਤ ਧਰ ਰਮਤੇ, ਇਹਦਾ ਤੇਜ ਔਰ ਇਹਦਾ ਜਿਹੜਾ ਹੈਗਾ ਸੂਤ, ਇਹਦੇ ਮੋਹ ਦੀਆਂ ਤਾਰਾਂ ਜਿਹੜੀਆਂ ਹੈਗੀਆਂ ਵਾਸਨਾਵਾਂ ਇਹਦੇ ਵਿੱਚ ਕਹਿੰਦੇ ਰਮਦਾ ਸੀਗਾ ਪੂਰਾ ਦਾ ਪੂਰਾ। ਕਿੱਧਰ ਚਲਾ ਗਿਆ ਸਾਰਾ ਤੇਜ ਇਹਦਾ,
ਇਹਦੀਆਂ ਵਾਸਨਾਵਾਂ ਕਿੱਥੇ ਚਲੀਆਂ ਗਈਆਂ? ਇਹ ਮਨ ਹਾਥੀ ਜਿਹੜਾ ਹੈਗਾ ਕਿਵੇਂ ਕੰਟਰੋਲ ਹੋ ਗਿਆ, ਕਿਵੇਂ ਸ਼ਾਂਤ ਹੋ ਗਿਆ, ਕਿਵੇਂ ਥੱਕ ਗਿਆ? ਮਿਰਤਕ ਪਾਏ 10 ਬੰਦ ਛੂਟੇ। ਕਹਿੰਦੇ ਦੇਖੋ ਕਮਾਲ ਹੋਈ ਪਈ ਆ, ਇੱਕਦਮ ਮਿਰਤਕ ਹੋ ਗਏ। 10 ਦੇ 10 ਜਿਹੜੇ ਗਿਆਨ ਇੰਦਰੇ ਜਿਹੜੇ ਹੈਗੇ ਇੱਕਦਮ ਜਿਹੜੇ ਹੈਗੇ ਇਹਨਾਂ ਦੀ ਪਕੜ ਤੋਂ ਆਜ਼ਾਦ ਹੋ ਗਏ। ਆਤਮਾ ਨੂੰ ਫੜਿਆ ਹੋਇਆ ਸੀ, ਮਨ ਜਿਹੜਾ ਹੈ ਪੂਰਾ ਕਾਰਨਸ਼ੀਲ ਬਣਿਆ ਹੋਇਆ ਸੀਗਾ। ਮਿੱਤਰ ਭਾਈ ਸਭ ਛੋਰੇ। ਮਿੱਤਰ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੈਗੇ ਆ ਦੁਰਮਤ, ਤ੍ਰਿਸ਼ਨਾ, ਇਹ ਸਾਰੇ ਜਿਹੜੇ ਹੈਗੇ ਇਹਨਾਂ ਦੇ ਸਾਖ ਸੰਬੰਧੀ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਜਿਹੜੇ ਹੈਗੇ ਛੁੱਟ ਗਏ ਭਾਈ। ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਆਇਆ ਭਾਈ ਪਰਮਾਤਮਾ ਦਾ ਧਿਆਨ ਸਿਮਰਨ, ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ ਹੈ, ਜਿਹੜਾ ਪਰਮੇਸ਼ਰ ਨੂੰ ਧਿਆਉਂਦਾ ਆ, ਜਿਹੜਾ ਪਰਮੇਸ਼ਰ ਵੱਲ ਧਿਆਨ ਕਰਦਾ ਹੈ। ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਜਿਉਂਦੇ ਜੀ ਸਰੀਰ ਦੇ ਵਿੱਚ ਆਹ ਬੰਧਨ ਤੋੜ ਲੈਂਦਾ ਹੈ। ਆਹ ਚੀਜ਼ ਲਾਜ਼ਮੀ ਹੈਗੀ ਆਉਣੀ। ਜਿਹੜਾ ਭਗਤੀ ਕਰ ਰਿਹਾ ਹੈ ਆਹ ਚੀਜ਼ਾਂ, ਇਹ ਮੀਲ ਪੱਥਰ ਆਉਣੇ ਚਾਹੀਦੇ ਆ। ਨਹੀਂ ਆ ਰਹੇ ਤੇ ਭਗਤੀ ਨਹੀਂ ਹੋ ਰਹੀ। ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਧਨ ਤੋਰੇ। ਲਾਜ਼ਮੀ ਹੈਗਾ ਜਿਹੜਾ ਦਿਲੋਂ ਭਗਤੀ ਕਰ ਰਿਹਾ ਉਹਦੇ ਅੰਦਰ ਆ ਚੇਂਜਸ ਆਉਣੇ ਲਾਜ਼ਮੀ ਹੈਗੇ। ਆਸਾ ਇੱਕ ਤੁਕੇ ਚੌਥਾ, ਇੱਕ ਤੁਕੇ 4। ਸਰਪਨੀ ਤੇ ਉੱਪਰ ਨਹੀਂ ਬਲਿਆ। ਕਹਿੰਦੇ ਮਾਇਆ ਜਿਹੜੀ ਹੈਗੀ ਮਾਲਕ ਪਰਮਾਤਮਾ ਨੇ ਜਿਹੜੀ ਮਾਇਆ ਕੀਤੀ ਹੋਈ ਹੈ, ਪੈਦਾ ਕੀਤੀ ਹੈ, ਮਾਇਆ ਬਣਾਈ ਹੈ ਜਿਹੜੀ ਉਸ ਮਾਲਕ ਪਰਮਾਤਮਾ ਨੇ। ਨਵੇਂ ਆਏ ਜੀ ਅਸੀਂ 490 ਅੰਗ ਦੇ ਉੱਤੇ ਹੈਗੇ ਹਾਂ, 480 ਸੌਰੀ, ਥੱਲੇ ਸਰਪਨੀ ਤੇ ਉੱਪਰ ਨਹੀਂ ਬਲਿਆ। ਕਹਿੰਦੇ ਇਸ ਮਾਇਆ ਤੋਂ ਬਲਵਾਨ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ। ਇਹ ਮਾਇਆ ਜਿਹੜੀ ਮਾਲਕ ਨੇ ਬਣਾਈ ਆ, ਇਸ ਤੋਂ ਬਲਵਾਨ ਦੁਨੀਆ ਦੇ ਵਿੱਚ ਕੋਈ ਨਹੀਂ ਹੈਗਾ। ਇਸ ਤੋਂ ਬਲਵਾਨ ਹੈਗੇ ਸਾਧਨਾ ਕਰਨ ਵਾਲੇ, ਆ ਜਿਹੜੇ ਜੇ ਬੰਧਨ ਤੋੜਨ ਵਾਲੇ, ਮਾਇਆ ਨੂੰ ਜਿਹੜਾ ਹੈਗਾ ਮਾਇਆ ਨੂੰ ਨਕੇਲ ਪਾਉਣ ਵਾਲੇ, ਮਾਇਆ ਨੂੰ ਨਾਕੋ ਕਾਨੀ ਕਾਰ ਜਿਹੜੇ ਕੱਟਣ ਵਾਲੇ ਪਾਏ। ਨਾਕੋ ਕਾਨੀ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਇਸ ਤੋਂ ਉੱਪਰ ਸਾਰਿਆਂ ਤੋਂ ਉੱਪਰ ਪਰਮਾਤਮਾ ਹੈਗਾ ਭਾਈ। ਸਰਪਣੀ ਤੇ ਉੱਪਰ ਨਹੀਂ ਬਲਿਆ। ਇਸ ਸਰਪਣੀ ਤੋਂ ਉੱਤੇ ਕੋਈ ਬਲਵਾਨ ਨਹੀਂ ਹੈਗਾ ਦੁਨੀਆ 'ਚ, ਜੇ ਇਨਸਾਨ ਚਾਹੇ ਇਹਨੂੰ ਜਿੱਤਣਾ। ਜਿਹਨੇ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਦੇਖ ਲਓ ਭਾਈ, ਬ੍ਰਹਮਾ ਜਿਹਨੂੰ ਕਹਿੰਦੇ ਸ੍ਰਿਸ਼ਟੀ ਪੈਦਾ ਕਰ ਰਿਹਾ, ਪਾਲ ਰਿਹਾ, ਕੋਈ ਜਿਹੜਾ ਹੈਗਾ ਉਹਨੂੰ ਸੰਹਾਰ ਕਰ ਰਿਹਾ। ਕਹਿੰਦੇ ਇਹਨਾਂ ਨੂੰ ਵੀ ਛੱਡ ਲਿਆ ਭਾਈ ਇਹਨੇ। ਸਰਪਨੀ ਦੇ ਉੱਪਰ ਨਹੀਂ ਬਲਿਆ, ਜਿਹਨੇ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਜਿਨ ਤਿਰ ਭਵਨ ਡਸੀਲੇ ਗੁਰ ਪ੍ਰਸਾਦ ਡੀਠੀ ਰਹਾਓ। ਕਹਿੰਦੇ ਕਮਾਲ ਦੀ ਗੱਲ ਆ। ਮਾਰ ਮਾਰ ਸਰਪਣੀ, ਸਾਰਿਆਂ ਨੂੰ ਮਾਰ ਕਾਟ ਕਰਦੀ ਹੋਈ, ਸਾਰਿਆਂ ਨੂੰ ਜਿਹੜਾ ਹੈਗਾ ਖੁੱਡੇ ਲਾਈਨ ਲਾਉਂਦੀ ਹੋਈ, ਸਾਰਿਆਂ ਨੂੰ ਜਿਹੜਾ ਹੈਗਾ ਆਪਣੇ ਅਧੀਨ ਕਰਦੀ ਹੋਈ। ਨਿਰਮਲ ਜਲ ਕਹਿੰਦੇ ਆ, ਇੱਕ ਐਸਾ ਜਲ ਹੈ, ਐਸਾ ਤਲਾਅ ਹੈਗਾ ਸਾਧ ਸੰਗਤ ਦਾ, ਨਿਰਮਲ ਜਲ। ਕਹਿੰਦੇ ਉੱਥੇ ਜਿਹੜਾ ਹੈਗਾ ਸਰਪਣੀ ਦੀ ਨਹੀਂ ਚੱਲਦੀ ਪਾਈ, ਉੱਥੇ ਜਾ ਕੇ ਟਿਕ ਜਾਂਦੀ ਹੈ ਇਹ, ਉੱਥੇ ਨਹੀਂ ਕੁਛ ਕਰ ਸਕਦੀ ਹੈ। ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ। ਨਿਰਮਲ ਜਲ ਦੇ ਵਿੱਚ ਜਿਹੜੀ ਹੈ ਸਾਧ ਸੰਗਤ ਦੇ ਵਿੱਚ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ ਭਾਈ। ਜਿਨ ਤਿਰ ਭਵਨ ਡਸੀਲੇ ਗੁਰ ਪ੍ਰਸਾਦ ਡੀਠੀ ਰਾਹੋ। ਜਿਸ ਸਰਪਣੀ ਨੇ ਤਰਤ ਪਤਾਲ ਆਕਾਸ਼ ਦੇ ਜੀਵ, 3 ਭਵਨਾਂ ਦੇ ਜੀਵ ਸਾਰੇ ਦੇ ਸਾਰੇ ਡਸ ਲਏ, ਉਹਨਾਂ ਦੇ ਆਤਮਿਕ ਮੌਤ ਮਾਰਤਾ ਉਹਨਾਂ ਨੂੰ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੇ ਵਿੱਚ ਜਿਹੜਾ ਹੈਗਾ ਇਹਦੀ ਅਸਲੀਅਤ ਪਤਾ ਲੱਗ ਜਾਂਦੀ ਹੈ।
ਜਿਨੇ ਤਿਰ ਭਵਨ ਡਸੀਲੇ ਗੁਰ ਪ੍ਰਸਾਦ ਡੀਠੀ ਰਹਾਓ। ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨੇ ਸਾਚ ਪਛਾਣਿਆ ਤਿਨੇ ਸਰਪਣੀ ਖਾਈ। ਕਹਿੰਦੇ ਕੀ ਸਪਣੀ ਸਪਣੀ ਕਿਉਂ ਡਰ ਰਹੇ ਹੋ, ਕੀ ਕਹਿ ਰਹੇ ਹੋ ਭਾਈ ਸਪਣੀ ਸਪਣੀ। ਜਿਸਨੇ ਵੀ ਸੱਚ ਨੂੰ ਪਛਾਣ ਲਿਆ, ਮਾਲਕ ਪਰਮਾਤਮਾ ਦੀ ਬੰਦਗੀ ਕਰ ਲਈ, ਉਹਨੇ ਇਹ ਸਪਣੀ ਖਾ ਲਈ ਪਾਏ। ਜਿਨੇ ਸਾਚ ਪਛਾਣਿਆ ਤਿਨੇ ਸਰਪਣੀ ਖਾਈ। ਸਰਪਣੀ ਤੇ ਆਨ ਛੂਚ ਨਹੀਂ ਅਵਰਾ। ਕਹਿੰਦੇ ਬਾਕੀ ਹੋਰ ਜਿਹੜਾ ਹੈਗਾ ਸਪਣੀ ਤੋਂ ਨਹੀਂ ਬਚ ਸਕਿਆ ਭਾਈ। ਛੂਚ ਆਨ ਛੂਚ ਕੋਈ ਨਹੀਂ ਬਚਦਾ। ਸਰਪਣੀ ਤੇ ਆਨ ਛੂਚ ਨਹੀਂ ਅਵਰਾ। ਸਰਪਣੀ ਜੀਤੀ ਕਹਾਂ ਕਰੇ ਜਮਰਾ। ਜਿਹਨੇ ਸੱਚ ਪਛਾਣ ਲਿਆ ਉਹਨਾਂ ਨੇ ਸਪਣੀ ਜਿੱਤ ਲਈ। ਹੁਣ ਸਪਣੀ ਜਿੱਤ ਲਈ ਤੇ ਉਹ ਸਪਣੀ ਮਾੜੇ ਕੰਮ ਨਹੀਂ ਕਰਵਾ ਸਕਦੀ, ਲੇਖਾ ਨਹੀਂ ਵਧਾ ਸਕਦੀ ਭਾਈ। ਜਮ ਕੀ ਕਰੂਗਾ ਕਹਿੰਦੇ। ਜਿਹਨੇ ਸਰਪਣੀ ਜੀਤੀ ਕਿਨੇ, ਜਿਹਨੇ ਸਾਜ ਪਛਾਣਿਆ ਤਿਨੇ ਸਰਪਣੀ ਖਾਈ। ਸਰਪਣੀ ਤੇ ਆਨ ਛੂਚ ਨਹੀਂ ਅਵਰਾ। ਸਰਪਣੀ ਜੀਤੀ ਕਹਾਂ ਕਰੇ ਜਮਰਾ। ਜਮ ਕੀ ਕਰ ਸਕਦਾ ਹੁਣ ਭਾਈ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ। ਸਪਣੀ ਨੂੰ ਪਾਵਰ ਕਿਸਨੇ ਦਿੱਤੀ ਆ, ਉਹ ਮਾਲਕ ਪਰਮਾਤਮਾ ਨੇ। ਉਹਨੇ ਬਣਾਈ ਹੈ ਮਾਇਆ, ਉਹਨੇ ਬਣਾਇਆ ਸਾਰਾ ਸੰਸਾਰ, ਉਹਨੇ ਬਣਾਏ ਸਾਰੇ ਸਵਾਦ, ਉਹਨੇ ਬਣਾਇਆ ਸਾਰਾ ਚੋਗਾ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ। ਕਹਿੰਦੇ ਹੋਰ ਇਹਦੇ ਕੋਲ ਪਾਵਰ ਜਾਂ ਜਿਹੜਾ ਹੈਗਾ ਕਮਜ਼ੋਰੀ, ਕਹਿੰਦੇ ਕਾਹਦੀ ਆ ਭਾਈ। ਸਾਰਾ ਪਾਵਰ ਦਿੱਤੀ ਹੋਈ ਮਾਲਕ ਪਰਮਾਤਮਾ ਨੇ, ਉਹਦੀ ਲਾਡਲੀ ਹੈਗੀ ਆ, ਸਾਰੀ ਪਾਵਰ ਦਿੱਤੀ ਹੋਈ ਹੈ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਅਵਲ ਕਿਆ ਇਸ ਤੇ ਹੋਈ। ਇਹ ਵਸਤੀ ਤਾਂ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਸਹਿਜ ਤਰੇ ਕਬੀਰਾ। ਕਹਿੰਦੇ ਇੱਕ ਗੱਲ ਯਾਦ ਰੱਖ ਲਓ ਭਾਈ, ਜਦ ਤੱਕ ਮਾਇਆ ਅੰਦਰ ਇਨਸਾਨ ਦੇ ਹੈਗੀ ਆ, ਮਾਇਆ ਚਿੰਬੜੀ ਹੋਈ ਆ, ਮਾਇਆ ਦੇ ਪ੍ਰਭਾਵ ਦੇ ਵਿੱਚ ਹੈਗਾ, ਤੇ ਇਨਸਾਨ ਜਿਹੜਾ ਹੈਗਾ ਸਰੀਰਿਕ ਤਲ ਦੇ ਉੱਤੇ ਰਹੇਗਾ। ਇਨਸਾਨ ਜਿਹੜਾ ਹੈਗਾ ਉਹ ਮੂਲਾਧਾਰ ਚੱਕਰ ਦੇ ਉੱਤੇ ਹੀ ਰਹੇਗਾ। ਜੇ ਮਾਇਆ ਹੈਗੀ ਤੇ ਮਾਇਆ ਪ੍ਰਾਣ ਸ਼ਕਤੀ ਜਿਹੜੀ ਹੈਗੀ ਨਿਮਨ ਲੈਵਲ ਤੇ ਰਹੇਗੀ। ਇਹ ਬਸਤੀ ਤਾਂ ਬਸਤ ਸਰੀਰਾ, ਸਰੀਰ ਦੇ ਉੱਤੇ ਹੀ ਰਹੇਗਾ ਇਨਸਾਨ, ਸਰੀਰ ਤੋਂ ਉੱਪਰ ਨਹੀਂ ਉੱਠ ਪਾਏਗਾ। ਵਾਸਨਾਵਾਂ ਦੇ ਵਿੱਚ, ਪਦਾਰਥਾਂ ਦੇ ਵਿੱਚ, ਭੋਗ ਵਿਲਾਸ ਤੋਂ ਉੱਪਰ ਨਹੀਂ ਉੱਠੇਗਾ ਇਨਸਾਨ, ਜੇ ਮਾਇਆ ਦੇ ਪ੍ਰਭਾਵ ਦੇ ਵਿੱਚ ਹੈਗਾ ਤੇ। ਬਲ ਅਬਲ ਇਹ ਬਸਤੀ ਤਾਂ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਹਾਂ, ਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਭਗਤੀ ਕਰਦੇ ਆ, ਗੁਰੂ ਦੇ ਅਨੁਸਾਰ ਚੱਲਦੇ ਆ, ਉਹ ਜਿਹੜੇ ਹੈਗੇ ਸਹਿਜ ਅਵਸਥਾ 'ਚ ਪਹੁੰਚ ਜਾਂਦੇ ਆ, ਵਿਚਾਰ ਬੰਦ ਹੋ ਜਾਂਦੇ ਆ। ਔਰ ਇਹ ਸਪਣੀ ਜਿਹੜੀ ਹੈਗੀ ਵਿਚਾਰਾਂ ਦੇ ਨਾਲ ਹੀ ਕਾਟ ਕਰਦੀ ਆ। ਔਰ ਇਹ ਇਸ ਤਰੀਕੇ ਦੇ ਨਾਲ ਸੰਸਾਰ ਸਮੁੰਦਰ ਜਿਹੜਾ ਹੈਗਾ, ਇਹ ਵਿਸ਼ੇ ਵਿਕਾਰਾਂ ਦਾ, ਮਾਇਆ ਦਾ ਸਮੁੰਦਰ ਤਰ ਜਾਂਦੇ ਆ। चार सौ इक्यासी। आशा कहाँ स्वान को सिमरत सुनाए, कहाँ साकत पे हर गुण गाए। राम 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 रमे रम रहिए, साकत स्यों भूल नहीं कहिए रहा। ਕਹਿੰਦੇ ਇੱਕ ਦੇਖ ਲਾ, ਹੁਣ ਤੂੰ ਭਗਤੀ ਕਰਨ ਲੱਗ ਗਿਆ ਨਾ, ਤੇਰੇ ਅੰਦਰ ਭਗਤੀ ਆ ਜਾਣੀ ਹੈ। ਭਗਤੀ ਤੇਰੇ ਅੰਦਰ ਚੱਲ ਪਈ ਨਾ, ਤੇ ਤੇਰੇ ਅੰਦਰ ਆ ਇੱਛਾਵਾਂ ਪੈਦਾ ਹੋ ਜਾਣੀਆਂ। ਬਈ ਇਹਨੂੰ ਵੀ ਮੈਂ ਦੱਸ ਦੇਵਾਂ, ਇਹ ਵੀ ਵਿਚਾਰਾ ਆਹ ਚੀਜ਼ ਲੈ ਲੈ, ਇੰਨੀ ਵਧੀਆ ਹੈਗੀ ਆ, ਇੰਨੀ ਕੀਮਤੀ ਚੀਜ਼ ਹੈਗੀ, ਇੰਨਾ ਨੁਕਤਾ, ਇਹਨੂੰ ਵੀ ਸਮਝਾ ਦਾਂ, ਇਹਨੂੰ ਵੀ ਦੱਸ ਦਾਂ। ਕਹਿੰਦੇ ਪਿਆਰਿਆ ਇਹ ਕੰਮ ਨਾ ਕਰੀ। ਰਾਮ 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 ਰਮੇ ਰਮ ਰਹੀਏ, ਸਾਕਤ ਸਿਉ ਭੂਲ ਨਹੀਂ ਕਹੀਏ ਰਹਾਓ। ਦੇਖ ਰੱਬ ਤੋਂ ਟੁੱਟੇ ਹੋਏ ਬੰਦੇ ਨੂੰ, ਜਿਹਨੂੰ ਇੰਟਰਸਟ ਨਹੀਂ ਹੈਗਾ, ਜਿਹਦਾ ਬੈਂਟ ਆਫ ਮਾਈਂਡ ਮਾਇਆ ਹੈਗੀ, ਪਦਾਰਥ ਹੈਗੇ, ਆਕਾਰ ਹੈਗਾ, ਸਪਣੀ ਹੈਗੀ ਆ, ਉਹਦੇ ਨਾਲ ਤਾਂ ਗੱਲ ਹੀ ਨਾ ਕਰੀ। ਇਹਦੀ ਭੁੱਲ ਕੇ ਵੀ ਨਾ ਕਰੀ ਗੱਲ। ਤੇਰਾ ਵੀ ਜਿਹੜਾ ਹੈਗਾ ਕਾਰਵਾਈ ਤੇਰੀ ਵੀ ਕਰ ਦੂਗਾ ਉਹ। ਰਾਮ 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 ਰਮੇ ਰਮ ਰਹੀਏ, ਸਾਕਤ ਸਿਉ ਭੂਲ ਨਹੀਂ ਕਹੀਏ ਰਹਾਓ। ਕਹਾਂ ਸਵਾਨ ਕੋ ਸਿਮਰਤ ਸੁਣਾਏ। ਕਹਿੰਦੇ ਕੁੱਤੇ ਨੂੰ ਜਿਹੜਾ ਹੈਗਾ, ਕੁੱਤੇ ਨੂੰ ਗਿਆਨ ਸੁਣਾ ਦੇ, ਕੁੱਤੇ ਨੂੰ ਪਾਠ ਸੁਣਾ ਦੇ, ਉਹਦੇ ਨਾਲ ਕੀ ਹੋਊਗਾ ਉਹਦਾ। ਕਹਾਂ ਸਾਕਤ ਪੇ ਹਰ ਗੁਣ ਗਾਏ। ਸੇਮ ਚੀਜ਼ ਹੈਗੀ ਆ। ਸਾਕਤ ਰੱਬ ਤੋਂ ਟੁੱਟਾ ਬੰਦਾ ਹੈ, ਉਹਦੇ ਕੋਲ ਪਰਮੇਸ਼ਰ ਦੇ ਗੁਣ ਗਾਉਣੇ ਪਾਏ।
ਉਹਨੂੰ ਕੋਈ ਫਰਕ ਨਹੀਂ ਪੈਣਾ। ਹਾਂ, ਤੈਨੂੰ ਜ਼ਰੂਰ ਉਹਨੇ ਜਿਹੜਾ ਹੈਗਾ ਉਹਨੇ ਡਿਸਟਰਬ ਕਰ ਦੇਣਾ, तेरे अंदर जरूर कमी लिया देनी है उन्हें। कहाँ सुहान को सिमरत सुनाए, कहाँ साकत पे हर गुण गाए। राम 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 रमे रम रही है, साकत स्यों भूल नहीं कही है। कहते रम जा उस राम दे विच, रमत राम दे विच, पर साकत नूं जिहड़ा है भुल के भी ना कह, भगती करन वास्ते रहाओ। कौआ कहाँ कपूर चराए, ਕਾਂ ਨੂੰ ਕਹਿੰਦੇ ਆ ਕਿੱਥੇ ਜਿਹੜਾ ਹੈਗਾ ਇੰਨਾ ਸੋਹਣਾ ਮੁਸ਼ਕ ਕਪੂਰ ਜਿਹੜਾ ਹੈਗਾ ਚਰਾ ਰਿਹਾ। ਕਾਂ ਨੇ ਤਾਂ ਜਾ ਕੇ ਉੱਥੇ ਹੀ ਗੂੰ ਦੇ ਉੱਤੇ, ਗੰਦਗੀ ਦੇ ਗੋਬਰ ਦੇ ਉੱਤੇ ਉਹਨੇ ਉਹੀ ਜਿਹੜੇ ਹੈਗੇ ਆ ਇਹ ਮਰੇ ਹੋਏ ਜਿਹੜੇ ਹੈਗੇ ਜਾਨਵਰ, ਉਹਨੇ ਉਹਨਾਂ ਦੇ ਉੱਤੇ ਹੀ ਡਿੱਗਣਾ ਜਾ ਕੇ। ਉਹ ਕਾਂ ਨੇ ਜਿਹੜਾ ਹੈਗਾ ਵਿਚਾਰੇ ਚਿੜੀਆਂ ਦੇ ਜਿਹੜੇ ਹੈਗੇ ਆਂਡੇ ਹੀ ਫੋੜਨੇ ਉਹਨੇ। ਕਊਆ ਕਹਾਂ ਕਪੂਰ ਚਰਾਏ, ਕਹਿ ਵਿਸੀਅਰ ਕੋ ਦੁੱਧ ਪਿਆਏ। ਦੇਖ ਲਾ ਸੱਪ ਨੂੰ ਦੁੱਧ ਪਿਆ ਕੇ ਦੇਖ ਲਾ, ਕਿੰਨਾ ਮਰਜ਼ੀ ਦੁੱਧ ਪਿਆ ਲਾ, ਜਦ ਉਹਦਾ ਮੁੱਢ ਹੋਇਆ ਉਹਨੇ ਠਾ ਮਾਰਨਾ ਡੰਗ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਸਤ ਸੰਗਤ ਦੇ ਵਿੱਚ ਪਾਈ, ਸਾਧ ਸੰਗਤ ਦੇ ਵਿੱਚ ਮਿਲ ਕੇ ਵਿਵੇਕ ਬੁੱਧੀ ਆ ਜਾਂਦੀ ਹੈ, ਬੁੱਧੀ ਆ ਜਾਂਦੀ। ਇਨਸਾਨ ਬੁੱਧੀ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ, ਬੁੱਧੀ ਨੂੰ ਵਰਤਣਾ ਸ਼ੁਰੂ ਕਰ ਦਿੰਦਾ। ਬੁੱਧੀ ਨੂੰ ਜੰਗ ਲਾਈ ਹੋਈ ਆ ਉਹਨੇ, ਮਨ ਨੂੰ ਵੀ ਵਰਤਦਾ ਹੈ, ਭਾਵਨਾਵਾਂ ਨੂੰ ਵਰਤਦਾ ਹੈ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਭਾਵਨਾਵਾਂ ਤਾਂ ਐਸੀਆਂ ਹੈਗੀਆਂ ਕਿ ਲੜੀ ਚੱਲ ਪੈਂਦੀ ਹੈ, ਭਾਵਨਾਵਾਂ ਦੀ ਲੜੀ ਚੱਲੀ ਜਾਊਗੀ ਚੱਲੀ ਜਾਊਗੀ ਚੱਲੀ ਜਾਊਗੀ। ਬਸ ਭਾਵਨਾਵਾਂ ਜਿਹੜੀ ਇਹੀ ਤਾਂ ਮਾਇਆ ਹੈਗੀ ਆ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਜਿਹਨੇ ਪਾਰਸ ਨੂੰ ਪਰਸ ਲਿਆ ਪਾਏ, ਜਿਹਨੇ ਪਾਰਸ ਨੂੰ ਪਰਸ ਲਿਆ, ਗੁਰੂ ਨੂੰ ਪਰਸ ਲਿਆ, ਉਹ ਲੋਹਾ ਕਹਿੰਦੇ ਕੰਚਨ ਹੋ ਜਾਏਗਾ, ਸੋਨਾ ਹੋ ਜਾਏਗਾ। ਸਾਕਤ ਸਵਾਨ ਸਭ ਕਰੇ ਕਰਾਇਆ। ਕਹਿੰਦੇ ਭਾਈ ਜਿਹੜੇ ਸਾਕਤ, ਇਹ ਸਵਾਨ ਜਿਹੜਾ ਹੈਗਾ ਲਾਲਚੀ। ਸਾਕਤ ਕੀ ਹੈ? ਸਾਕਤ ਦੇ ਅੰਦਰ ਲਾਲਚ ਹੈਗਾ, ਲੋਭ ਹੈਗਾ। ਸਵਾਨ ਕੁੱਤੇ ਨੂੰ ਕਹਿੰਦੇ ਆ, ਲੋਭ ਹੈਗਾ ਉਹਦੇ ਅੰਦਰ। ਇਹ ਮਾਲਕ ਨੇ ਮਾਇਆ ਬਣਾਈ ਆ, ਮਾਲਕ ਨੇ ਪਦਾਰਥ ਬਣਾਏ, ਸਾਰਾ ਦਾ ਸਾਰਾ ਇਹਦਾ ਲੋਭ ਜਿਹੜਾ ਹੈਗਾ ਇਨਸਾਨ ਦੇ ਅੰਦਰ ਲਾਜ਼ਮੀ ਆਉਣਾ। ਇਹ ਜਿਹੜਾ ਲੋਭ ਰੂਪੀ ਕੁੱਤਾ ਇਨਸਾਨ ਦੇ ਅੰਦਰ ਹਮੇਸ਼ਾ ਹੀ ਜਾਗਰਤ ਰਹਿੰਦਾ ਹੈ। ਭਾਈ ਸਾਕਤ ਸਵਾਨ ਸਭ ਕਰੇ ਕਰਾਇਆ, ਜੋ ਤੁਰ ਲਿਖਿਆ ਸੋ ਕਰਮ ਕਮਾਇਆ। ਕਹਿੰਦੇ ਜੋ ਪਹਿਲਾਂ ਕਰਕੇ ਆਇਆ ਸੀਗਾ, ਜੋ ਉਹਦੇ ਸੰਸਕਾਰ ਸੀਗੇ, ਉਹ ਜਿਹੜੇ ਹੈਗੇ ਆ ਉਹ ਉਹਨਾਂ ਦੇ ਅਧੀਨ ਹੋ ਕੇ ਜਿਹੜਾ ਹੈ ਕਰਮ ਕਰਦਾ ਇਨਸਾਨ। ਇਸ ਕਰਕੇ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਹ ਆਕੋ ਸਹਿਜ ਨਾ ਜਾਏ। ਦੇਖ ਲਾ ਪਿਆਰਿਆ, ਜਿੰਨਾ ਮਰਜ਼ੀ ਤੂੰ ਦੂਸਰੇ ਨੂੰ ਜਿਹੜਾ ਸਾਕਤ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਲਾ, ਅੰਮ੍ਰਿਤ ਲੈ ਕੇ ਜਿਹੜਾ ਨਿੰਮ ਨੂੰ ਪਾਈ ਜਾ, ਨਿੰਮ ਦਾ ਕੌੜਾਪਨ ਨਹੀਂ ਜਾ ਸਕਦਾ ਭਾਈ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਨੀਮ ਦੇ ਮਮੇ ਨੂੰ ਔਂਕੜ ਲੱਗਿਆ। ਇਹ ਨੀਮ ਦੀ ਗੱਲ ਨਹੀਂ ਹੋ ਰਹੀ ਭਾਈ, ਇਹ ਸਾਕਤ ਦੀ ਗੱਲ ਹੋ ਰਹੀ ਹੈ। ਆਪਾਂ ਨੂੰ ਇੰਸਟਰਕਸ਼ਨ ਆ ਰਹੀ ਹੈ, ਅੰਮ੍ਰਿਤ ਲੈ ਲੈ ਨੀਮ ਸਿੰਚਾਈ। ਔਰ ਅੰਮ੍ਰਿਤ ਦੀ ਵੀ ਗੱਲ ਨਹੀਂ ਹੋ ਰਹੀ, ਤੱਤੇ ਨੂੰ ਔਂਕੜ ਲੱਗੀ ਹੋਈ ਹੈ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਵਹਾਂ ਕੋ ਸਹਿਜ ਨਾ ਜਾਏ। ਉਹਦਾ ਗੁਣ ਨਹੀਂ ਜਾਣਾ ਭਾਈ। ਆਸਾ ਅੱਗੇ ਹੁਣ ਜਿਹੜੇ ਹੈਗੇ ਮਹਾਰਾਜ ਕਹਿ ਰਹੇ, ਦੇਖ ਲਾ ਜਿੰਨੇ ਵੀ ਦੁਨੀਆ ਦੇ ਵਿੱਚ ਵੱਡੇ ਵਡੇਰੇ, ਜੋ ਵੀ ਸਿਕੰਦਰ ਵਰਗੇ, ਆਪਣੇ ਰਾਵਣ ਵਰਗੇ ਆਏ ਆ, ਦੇਖ ਲਾ ਉਹਨਾਂ ਦੀ ਹਾਲਤ ਕੀ ਆ। ਕਿਹੜਾ ਹੁਣ ਉਹਨਾਂ ਨੂੰ ਜਾਣਦਾ ਹੈ। ਲੰਕਾ ਸਾ ਕੋਟ ਸਮੁੰਦ ਸੀ ਖਾਈ। ਦੇਖ ਲਓ ਜਿਹੜੀ ਲੰਕਾ ਹੈਗੀ, ਚਾਰੋਂ ਪਾਸੇ ਸਮੁੰਦਰ ਹੈਗਾ, ਉਹਦਾ ਇੰਨੀ ਖਾਈ ਹੈਗੀ ਆ। ਕੋਈ ਅਟੈਕ ਕਰੂਗਾ ਤੇ ਉਹਨੂੰ ਜਿਹੜਾ ਹੈਗਾ ਸਮੁੰਦਰ ਦੇ ਵਿੱਚੋਂ ਦੀ ਲੰਘਣਾ ਕਿੰਨਾ ਔਖਾ ਹੈ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਤਹਿ ਰਾਵਣ ਕਰ ਖਬਰ ਨਾ ਪਾਈ। ਕਹਿੰਦੇ ਉਹਦੇ ਘਰ ਦੀ ਹੁਣ ਕੋਈ ਖਬਰ ਨਹੀਂ ਹੈਗੀ ਭਾਈ। ਰਾਵਣ ਦਾ ਘਰ ਕਿੱਥੇ, ਕੋਈ ਖਬਰ, ਖੁਰ ਨਹੀਂ ਲੱਭਦੇ ਉਹਦੇ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ ਰਹਾਓ। ਕਹਿੰਦੇ ਕੀ ਮੰਗਾ ਦੁਨੀਆ ਦੇ ਵਿੱਚ ਮੈਂ, ਕਾਹਦੀ ਦੁਨੀਆ ਦੇ ਪਦਾਰਥ, ਰਾਜ ਭਾਗ ਦੁਨੀਆ ਦੇ ਜਿਹੜੇ ਹੈਗੇ ਇਹਨਾਂ ਦੀ ਡਿਮਾਂਡ ਕਰਾਂ। ਕਿਆ ਮੰਗੋ, ਕਾਹਦੇ ਵਾਸਤੇ? ਕਹਿੰਦੇ ਇਹਦੇ ਵਿੱਚੋਂ ਕੋਈ ਚੀਜ਼ ਤਾਂ ਥਿਰ ਨਹੀਂ ਰਹਿਣ ਵਾਲੀ।
ਦੇਖਤ ਨੈਣ ਚਲਿਓ ਜਗ ਜਾਈ। ਅੱਖਾਂ ਦੇ ਸਾਹਮਣੇ ਦੁਨੀਆ ਜਾ ਰਹੀ ਹੈ ਭਾਈ, ਸੰਸਾਰ ਜਾ ਰਿਹਾ ਹੈ। ਰਹਾਓ, ਮੈਂ ਤਾਂ ਆਪ ਹੀ ਤੁਰ ਜਾਣਾ ਹੈ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ। ਕਹਿੰਦੇ ਦੇਖੋ 1 ਲੱਖ ਪੁੱਤ ਸੀਗੇ ਰਾਵਣ ਦੇ, ਪਤਾ ਨਹੀਂ ਕਿੰਨੀਆਂ ਜਨਾਨੀਆਂ ਸੀਗੀਆਂ, ਕਿੰਨੇ ਨਾਤੀ। ਕਹਿੰਦੇ 1.25 ਲੱਖ ਤਾਂ ਉਹਦੇ ਨਾਤੀ ਸੀਗੇ, ਉਹਦੀਆਂ ਕੁੜੀਆਂ ਤੋਂ ਜਿਹੜੇ ਹੈਗੇ ਉਹਨਾਂ ਨੂੰ ਹੀ ਕਹਿੰਦੇ ਨਾਤੀ। 1 ਲੱਖ ਪੂਤ 1.25 ਲੱਖ ਨਾਤੀ, ਦੋਤੇ ਕਹਿੰਦੇ ਆ। ਤੇ ਰਾਵਣ ਕਰ ਦਿਆ ਨਾ ਬਾਤੀ। ਕਹਿੰਦੇ ਉਹਦੇ ਘਰ ਤਾਂ ਹੁਣ ਨਾ ਦੀਵਾ ਹੈ ਤੇ ਨਾ ਬੱਤੀ ਹੈ ਭਾਈ। ਚੰਦ ਸੂਰਜ ਤਾਂ ਜਾ ਕੇ ਤਪਤ ਰਸੋਈ। ਕਹਿੰਦੇ ਇੰਨਾ ਜਿਹੜਾ ਸੋਲਾਰ ਸਿਸਟਮ ਸੀਗਾ ਉਹਦਾ, ਸੂਰਜ ਤੋਂ ਤਾਂ ਲੈ ਹੀ ਲੈਂਦਾ ਸੀ ਗਰਮੀ, ਸੂਰਜ ਤੋਂ ਜਿਹੜਾ ਹੈਗਾ ਚੰਦਰਮਾ ਤੋਂ ਵੀ ਲੈ ਲੈਂਦਾ ਸੀ ਭਾਈ। ਚੰਦਰਮਾ ਦੀ ਹੀਟ ਵੀ ਲੈ ਲੈਂਦਾ ਸੀ ਚੰਦਰਮਾ ਤੋਂ, ਜਾਂ ਠੰਡਕ ਲੈ ਲੈਂਦਾ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ। ਕਹਿੰਦੇ ਰਸੋਈ ਉੱਥੋਂ ਪੱਕਦੀ ਸੀ ਉਹਦੀ, ਸੋਲਾਰ ਸਿਸਟਮ ਤੋਂ। ਬੈਸੰਤਰ ਜਾ ਕੇ ਕੱਪੜੇ ਧੋਈ। ਅੱਗ ਜਿਹੜੀ ਆ ਉਹਦੇ ਕੱਪੜੇ ਧੋਂਦੀ ਸੀ ਭਾਈ। ਗੁਰਮਤਿ ਰਾਮੈ ਨਾਮ ਵਸਾਈ। ਅੱਜ ਕੱਲ੍ਹ ਵੀ ਗੈਸ ਹੁੰਦੀ ਹੈ ਜਿਹੜੀ ਹੈਗੀ ਹੈ, ਕੱਪੜਿਆਂ ਦੀ ਮਸ਼ੀਨ ਹੁੰਦੀ ਹੈ, ਉਹਦੇ 'ਤੇ ਗੈਸ ਦੇ ਵਿੱਚ ਸੁੱਕ ਜਾਂਦੇ ਕੱਪੜੇ। ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਗੁਰਮਤਿ ਰਾਮੈ ਨਾਮ ਵਸਾਈ। ਕਹਿੰਦੇ ਗੁਰੂ ਦੀ ਮੱਤ ਲੈ ਕੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਾ। ਅਸਥਿਰ ਰਹਿ ਨਾ ਕਥੂ ਜਾਈ। ਇਸ ਤਰ੍ਹਾਂ ਇਨਸਾਨ ਅਸਥਿਰ ਹੋ ਜਾਂਦਾ ਹੈ ਭਾਈ, ਕਿਤੇ ਨਹੀਂ ਭਟਕਦਾ, ਜੂਨਾਂ ਦੇ ਵਿੱਚ ਨਹੀਂ ਜਾਂਦਾ। ਕਹਿਤ ਕਬੀਰ ਸੁਨੋ ਰੇ ਲੋਈ। ਹੇ ਲੋਕੋ, ਹੇ ਦੁਨੀਆ ਵਾਲਿਓ। ਕਬੀਰ ਜੀ ਕੋਈ ਪਤੇ ਦੀ ਗੱਲ ਦੇ ਰਹੇ ਆ, ਉੱਪਰ ਸਮਝਾਇਆ ਕਬੀਰ ਜੀ ਨੇ, ਔਰ ਹੁਣ ਅੱਗੇ ਹੋਰ ਦੱਸ ਰਹੇ ਪਤੇ ਦੀ ਗੱਲ ਭਾਈ, ਸੁਣ ਲਈ ਆਪਾਂ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਕਹਿੰਦੇ ਧਿਆਨ ਸਿਮਰਨ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ ਭਾਈ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਆਸਾ ਪਹਿਲਾ ਪੂਤ ਪਿਛੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। एक अचंबो सुनो तुम पाई, देखत सिंह चरावत गाई। रहाओ, पहला पूत पिछेरी माई, घुर लागो चेले की पाई। पहला पूत पिछेरी माई। कहते पहला पुत सीगा पाए, आत्मा, पहला आत्मा है इंसान दी। माया मगरों है, माया मगरों चिंबड़ जाती है ਉਹਨੂੰ, बस माया ਜਿਹੜੀ ਹੈਗੀ ਖਿਡਾਉਣ ਲੱਗ ਪੈਂਦੀ ਹੈ ਉਹਨੂੰ। ਪਹਿਲਾਂ ਆਤਮਾ ਸੀਗੀ, ਪਹਿਲਾ ਪੁੱਤ ਪਿਛੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਕਹਿੰਦੇ ਕਮਾਲ ਹੋ ਗਈ। ਇਹ ਪੁੱਤ ਜਿਹੜਾ ਹੈਗਾ, ਇਹ ਆਤਮਾ ਜਿਹੜੀ ਹੈਗੀ ਆ ਚੇਲੇ ਦੀ ਪੈਰੀ ਪੈ ਰਹੀ ਆ। ਚੇਲਾ ਕਿਹੜਾ? ਕਹਿੰਦੇ ਆਤਮਾ ਦੇ ਉੱਤੇ ਜਿਹੜਾ ਹੈਗਾ ਮਨ ਰੂਪੀ ਚੇਲਾ ਬਾਅਦ 'ਚ ਬਣਿਆ ਆ। ਗੁਰੂ ਆਇਆ ਪਹਿਲਾਂ, ਆਤਮਾ ਆਈ ਆ, ਫਿਰ ਜਿਹੜਾ ਹੈਗਾ ਇਹ ਦੁਨੀਆ ਦੇ ਪਦਾਰਥ ਜਿਹੜੇ ਆਕਾਰ ਜਿਹੜੇ ਹੈਗੇ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇ ਜਿਹੜੀਆਂ ਹੈਗੇ, ਇਹਨਾਂ ਦੇ ਦੁਆਰਾ ਜਿਹੜਾ ਉਹ ਚੇਲਾ ਤਿਆਰ ਹੋ ਗਿਆ। ਅਤੇ ਬਸ ਗੁਰੂ ਨੇ ਸਰੈਂਡਰ ਕਰਤਾ, ਚੇਲਾ ਲੈ ਕੇ ਕਮਾਈ ਜਾਂਦਾ ਹੈ ਗੁਰੂ ਨੂੰ ਪਾਏ। ਜੋ ਚੇਲਾ ਕਹਿੰਦਾ ਉਹ ਗੁਰੂ ਕਰੀ ਜਾਂਦਾ ਨਾਲ ਨਾਲ। ਬਸ ਜੋ ਚੇਲਾ ਖਵਾਈ ਜਾ ਰਿਹਾ ਹੈ, ਹੰਡਾਇਆ, ਜੋ ਕੁਛ ਵੀ ਭੋਗ ਵਿਲਾਸ ਕਰਵਾ ਰਿਹਾ ਆ, ਬਸ ਗੁਰੂ ਨਾਲ ਹੈਗਾ। ਗੁਰੂ ਪੂਰਾ ਚੇਲੇ ਦੇ ਪੈਰੀਂ ਪਿਆ ਹੋਇਆ ਹੈ। ਪਹਿਲਾਂ ਪੂਤ ਪਿਛੇਰੀ ਮਾਈ, ਮਾਇਆ ਵੀ ਮਗਰੋਂ ਆ। ਪਹਿਲਾਂ ਪੁੱਤ ਹੈਗਾ, ਉਹ ਮਾਲਕ ਪਰਮਾਤਮਾ ਦਾ ਪੁੱਤ ਹੈਗਾ ਭਾਈ, ਆਤਮਾ। ਪਹਿਲਾਂ ਪੁੱਤ ਪਿਛੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਰਹਾਓ, ਕਹਿੰਦੇ ਹੈਰਾਨੀ ਦੀ ਗੱਲ ਹੈਗੀ ਆ। ਸਾਰੇ ਸੁਣੋ, ਦੇਖੋ, ਸੁਣ ਲਓ ਗੱਲ, ਹੈਰਾਨੀ ਦੀ ਗੱਲ, ਕਿੰਨੇ ਅਚੰਭੇ ਦੀ ਗੱਲ ਆ। ਕਹਿੰਦੇ ਸ਼ਕਲ ਸੂਰਤ ਤੋਂ ਸ਼ੇਰ ਲੱਗ ਰਿਹਾ ਆ ਅਤੇ ਚਰਾ ਗਾਂ ਮਾਰਿਆ ਆ। ਚਰਾ ਜਿਹੜਾ ਹੈਗਾ ਆਪਣੀਆਂ ਇੰਦਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਹੈ ਫੀਡ ਕਰਨ ਦੇ ਉੱਤੇ ਲੱਗਿਆ ਹੋਇਆ ਹੈ। ਇਹ ਆਤਮਾ ਜਿਹੜੀ ਹੈ, ਮਨ ਐਸਾ ਮਨ ਨੇ ਇਹਨੂੰ ਜਕੜਿਆ ਆ।
ਦੇਖਤ ਸਿੰਘ, ਦੇਖਣ ਨੂੰ ਤਾਂ ਸ਼ੇਰ ਲੱਗਦਾ ਹੈ ਭਾਈ। ਚਰਾਵਤ ਗਾਏ, ਚਰਾਉਂਦਾ ਗਾਵਾਂ ਨੂੰ ਚਰਾ ਰਿਹਾ ਹੈ ਭਾਈ। ਇੰਦਰੀਆਂ ਨੂੰ ਆਪਣੀਆਂ ਨੂੰ ਜਿਹੜਾ ਹੈਗਾ ਫੀਡ ਕਰੀ ਜਾ ਰਿਹਾ, ਇੰਦਰੀਆਂ ਨੂੰ ਰਜਾ ਰਿਹਾ ਹੈ। ਰਹਾਓ, ਪਹਿਲਾਂ ਪੂਤ ਪਿਛੇਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ ਰਹਾਓ। ਜਲ ਕੀ ਮਛਲੀ ਤਰਵਰੇ ਬਿਆਈ। ਕਮਾਲ ਦੀ ਗੱਲ ਹੋ ਗਈ, ਕਹਿੰਦੇ ਕਮਾਲ ਦੀ ਗੱਲ ਹੋ ਗਈ। ਮਛਲੀ ਪਾਣੀ ਦੀ ਰਹਿਣ ਵਾਲੀ ਹੈਗੀ ਆ, ਇਹ ਬੂੰਦ ਸਮੁੰਦਰ ਤੋਂ ਆਈ ਆ, ਮਾਲਕ ਪਰਮਾਤਮਾ ਦਾ ਅੰਸ਼ ਹੈਗਾ ਇਹ ਜਿਹੜਾ ਭੂਤ, ਇਹ ਮਛਲੀ ਜਿਹੜੀ ਹੈਗੀ ਆ। ਜਲ ਕੀ ਮਛਲੀ, ਜਲ ਦੇ ਵਿੱਚ ਖੁਸ਼ ਰਹਿਣ ਵਾਲੀ, ਤਾਰੀਆਂ ਲਾਉਣ ਵਾਲੀ ਮਛਲੀ ਜਿਹੜੀ ਹੈਗੀ ਆ, ਕਿੱਥੇ ਜਾ ਕੇ ਜਿਹੜੀ ਹੈਗੀ ਦਰਖਤ ਦੇ ਉੱਤੇ ਜਾ ਕੇ ਜਿਹੜੀ ਹੈਗੀ ਵਾਸਾ ਕਰ ਲਿਆ ਇਹਨੇ, ਉੱਥੇ ਘਰ ਗ੍ਰਸਤੀ ਬਣਾ ਲਈ, ਦਰਖਤ ਦੇ ਉੱਤੇ ਜਾ ਕੇ ਰਹਿਣ ਲੱਗ ਪਈ। ਹੁਣ ਜਲ ਕੀ ਮਛਲੀ ਤਰਵਰੇ ਬਿਹਾਈ, ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਪੂਰੀ ਗਲਤਾਨ ਆ। ਜਲ ਕੀ ਮਛਲੀ ਤਰਵਰੇ ਬਿਆਈ, ਦੇਖਤ ਕੁਤਰਾ ਲੈ ਗਈ ਬਿਲਾਈ। ਬਿੱਲੀ ਜਿਹੜੀ ਹੈਗੀ ਆ, ਤ੍ਰਿਸ਼ਨਾ ਰੂਪੀ ਬਿੱਲੀ, ਔਰ ਸ਼ਾਂਤੀ ਜਿਹੜਾ ਹੈਗਾ ਜਿਹੜਾ ਹੈਗਾ ਸੰਤੋਖ ਰੂਪ ਕੁਤਰਾ, ਬਿੱਲੀ ਲੈ ਗਈ ਭਾਈ। ਦੇਖਤ ਕੁਤਰਾ ਲੈ ਗਈ ਬਿਲਾਈ, ਸੰਤੋਖ ਹੈ ਨਹੀਂ ਗਾ ਹੁਣ। ਕਿਉਂ ਲੈ ਗਈ? ਕਿਉਂਕਿ ਲਾਲਚ ਹੈਗਾ ਉਹਦੇ ਅੰਦਰ, ਇਸ ਕਰਕੇ ਲੈ ਗਈ ਭਾਈ ਤ੍ਰਿਸ਼ਨਾ ਦੀ ਬਿੱਲੀ। ਤ੍ਰਿਸ਼ਨਾ ਦੀ ਬਿੱਲੀ ਕਹਿ ਲਓ, ਮਾਇਆ ਕਹਿ ਲਓ, ਕਾਲ ਕਹਿ ਲਓ, ਇਸ ਤਰੀਕੇ ਦੇ ਨਾਲ ਲੈ ਜਾਂਦਾ ਹੈ ਭਾਈ। ਦੇਖਤ ਕੁਤਰਾ ਲੈ ਗਈ ਬਿਲਾਈ, ਕਿਉਂਕਿ ਆਪਾਂ ਕੁੱਤੇ ਵਰਗਾ ਲੋਭ ਹੈਗਾ, ਇਸ ਕਰਕੇ ਲੈ ਜਾਂਦੀ ਹੈ। ਤਲੇ ਰੇ ਵੈਸਾ ਉੱਪਰ ਸੂਲਾ, ਸੂਲਾ ਕਹਿੰਦੇ ਆ, ਸੂਲ ਨਹੀਂ, ਸੂਲਾ ਮਤਲਬ ਅਸੂਲ, ਅਸਲ ਤੱਤ, ਉਹ ਮਾਲਕ ਪਰਮਾਤਮਾ ਮੂਲ। ਤਲੇ ਰੇ ਬੈਸਾ ਕਹਿੰਦੇ ਬੈਠਕ ਪਰ ਤਲੇ ਦੇ ਉੱਤੇ ਹੈਗੀ। ਬੈਠਕ ਜਿਹੜੀ ਹੈਗੀ ਆ ਮੂਲਾਧਾਰ ਚੱਕਰ ਦੇ ਉੱਤੇ ਬੈਠਾ ਹੈ ਇਨਸਾਨ। ਸਾਰੀ ਪ੍ਰਾਣ ਸ਼ਕਤੀ ਬਾਹਰ ਜਾ ਰਹੀ ਹੈ ਇੰਦਰੀਆਂ ਦੇ ਥਰੂ। ਉੱਪਰ ਸੂਲਾ, ਅਸਲ ਰਸਤਾ, ਅਸਲ ਚੀਜ਼ ਉੱਤੇ ਹੈਗੀ ਭਾਈ। ਉਹ ਛੱਡ ਦਿੱਤੀ, ਪਰੇ ਕਰ ਦਿੱਤੀ, ਬੈਠਕ ਥੱਲੇ ਕਰ ਲਈ। ਮਾਲਕ ਪਰਮਾਤਮਾ ਨੂੰ, ਉਹਦੇ ਧਿਆਨ ਸਿਮਰਨ ਨੂੰ, ਉਹਦੀ ਭਗਤੀ ਨੂੰ ਆਪਣੇ ਉਹਦੇ ਵਿੱਚੋਂ ਕੱਢਤਾ, ਆਪਣੇ ਸਕੈਡਿਊਲ ਦੇ ਵਿੱਚੋਂ। ਤਿਸ ਕੇ ਪੇੜ ਲਗੇ ਫਲ ਫੂਲਾ। ਹੁਣ ਇਹੋ ਜਿਹਾ ਦਰਖਤ ਹੋਏ ਜਿਹੜਾ ਇੰਨੇ ਨੀਵੇਂ ਦਰਜੇ ਦਾ ਇਨਸਾਨ ਹੈਗਾ, ਉਹਦੇ 'ਚ ਕਿਹੋ ਜਿਹੇ ਫਲ ਲੱਗਣੇ ਤੇ ਕਿਹੋ ਜਿਹੇ ਫੁੱਲ ਲੱਗਣੇ ਆ ਉਹਨੂੰ। ਤਿਸ ਕੇ ਪੇੜ ਲਗੇ ਫਲ ਫੂਲਾ, ਵਾਸਨਾਵਾਂ ਦੇ ਫਲ ਔਰ ਇਹ ਭੋਗ ਵਿਲਾਸ ਦੇ ਨਾਲ ਕੀ ਲੱਭਣਾ ਹੈ ਭਾਈ? ਉਹੀ ਜੂਨਾ, ਉਹੀ ਜਿਹੜੇ ਹੈਗੇ ਵਾਪਸ ਜਿਹੜਾ ਹੈਗਾ ਚੱਕਰ। ਤਲੇ ਰੇ ਬੈਸਾ ਉੱਪਰ ਸੂਲਾ, ਤਿਸ ਕੇ ਪੇੜ ਲਗੇ ਫਲ ਫੂਲਾ। ਕੋਰੇ ਚਰੇ ਭੈਂਸ ਚਰਾਵਨ ਜਾਈ। ਕੋਰੇ ਚਰੇ ਭੈਂਸ ਚਰਾਵਨ ਜਾਈ। ਕਮਾਲ ਹੋ ਗਈ, ਕਹਿੰਦੇ ਮੱਝ ਜਿਹੜੀ ਹੈਗੀ ਆ ਘੋੜੇ ਤੇ ਚੜ ਗਈ ਆ। ਘੋੜੇ ਤੇ ਚੜ ਕੇ ਮੱਝ ਜਿਹੜੀ ਹੈਗੀ ਆ ਜਾ ਰਹੀ ਆ ਭਾਈ, ਮਨ ਰੂਪੀ ਘੋੜੇ ਤੇ ਚੜੀ ਹੋਈ ਆ। ਭੈਂਸ ਚਰਾਉਣ ਚੱਲੀ ਆ ਭਾਈ। ਕੋਰੇ ਚਰੇ ਭੈਂਸ ਚਰਾਵਨ ਜਾਈ। ਘੋੜੇ ਤੇ ਚੜ ਕੇ ਚਰਾਉਣ ਚੱਲੀ ਆ ਆਤਮਾ ਨੂੰ। ਆਤਮਾ ਇਸ ਤਰ੍ਹਾਂ ਜਿਹੜੀ ਹੈਗੀ, ਕਿਉਂਕਿ ਆਤਮਾ ਅਧੀਨ ਹੈ ਮਨ ਦੇ। ਕੋਰੇ ਚਰੇ ਭੈਂਸ ਚਰਾਵਨ ਜਾਈ। ਇਹ ਭੈਂਸ ਜਿਹੜੀ ਹੈਗੀ ਹੈ, ਸਮਝ ਲਓ ਜਿਹੜੀ ਹੈਗੀ ਭੈਂਸ ਮਨ ਰੂਪੀ ਘੋੜਾ ਹੈਗਾ। ਮਨ ਕੋਰੇ ਚਰੇ ਭੈਂਸ ਚਰਾਵਨ ਜਾਈ। ਮਨ ਜਿਹੜਾ ਹੈਗਾ ਇਹ ਘੋੜੇ ਤੇ ਜਿਵੇਂ ਚੜ ਗਿਆ ਹੋਏ, ਘੋੜੇ ਤੇ ਚੜ ਕੇ ਜਿਹੜਾ ਹੈਗਾ ਬਸ ਇੰਦਰੀਆਂ ਦੇ ਭੋਗ ਵਿਲਾਸ ਦੇ ਵਿੱਚ ਹੀ ਘੁੰਮੀ ਜਾ ਰਿਹਾ ਹੈ। ਇਸ ਨੂੰ ਆਤਮਾ ਨੂੰ ਲੈ ਕੇ ਘੁਮਾਈ ਜਾ ਰਿਹਾ, ਚਰਵਾ ਰਿਹਾ ਹੈ ਆਤਮਾ ਨੂੰ। ਕੋਰੇ ਚਰੇ ਭੈਂਸ
ਭੈਂਸ ਜਿਹੜੀ ਹੈਗੀ, ਭੈਂਸ ਕਹਿ ਲਓ ਜਾਂ ਝੋਟਾ ਕਹਿ ਲਓ, ਜੋ ਵੀ ਹੈਗਾ, ਇਹ ਜਿਹੜਾ ਹੈਗਾ ਆਤਮਾ ਨੂੰ ਚਰਾ ਰਿਹਾ ਹੈ। ਆਤਮਾ ਨੂੰ, ਆਤਮਾ ਇਸਤਰੀ ਲਿੰਗ ਹੈ, ਇਸ ਕਰਕੇ ਜਾਈ ਲਿਖਿਆ ਹੋਇਆ ਹੈ। ਕੋਰੇ ਚਰੇ ਭੈਂਸ ਚਰਾਵਨ ਜਾਈ। ਔਰ ਕਰਨਾ ਕੀ ਸੀਗਾ? ਆਹ ਯਾਤਰਾ ਹੋ ਰਹੀ ਹੈ, ਦੇਖ ਲਓ। ਯਾਤਰਾ ਕਰਨੀ ਸੀ ਕਿ ਬੈਲ ਦਿੱਤੇ ਸੀਗੇ, ਉਹ ਬੈਲ ਜਿਹੜੇ ਗੱਡੀ ਨੂੰ ਲੈ ਕੇ ਜਾਣਾ ਸੀਗਾ ਉੱਪਰ, ਇਹ ਪ੍ਰਾਣ ਸ਼ਕਤੀ ਉੱਪਰ ਲੈ ਕੇ ਜਾਣੀ ਸੀਗੀ। ਬਾਹਰ ਬੈਲ ਗੋਨ ਕਰ ਆਈ। ਬਾਹਰ ਬੈਲ ਜਿਹੜੇ ਜਿਨ੍ਹਾਂ ਨੇ ਲੈ ਕੇ ਜਾਣਾ ਸੀ, ਬੈਲ ਤਾਂ ਬਾਹਰ ਆ, ਬੈਲ ਤਾਂ ਜੋਤੇ ਹੀ ਨਹੀਂ ਹੈ। ਉਹਨੇ ਭਾਈ ਨੇ, ਇਨਸਾਨ ਨੇ ਬੈਲ ਹੀ ਹਟਾ ਦਿੱਤੇ ਆ। ਬਾਹਰ ਬੈਲ ਗੋਨ ਕਰ ਆਈ। ਔਰ ਇੱਕ ਬੈਲ ਸੀ ਪਾਪ ਦਾ, ਇੱਕ ਸੀਗਾ ਪੁੰਨ ਦਾ। ਇਸ ਤਰ੍ਹਾਂ ਜਾਣਾ ਸੀਗਾ ਭਾਈ। ਉਹ ਪਾਪ ਦਾ ਬੈਲ ਛੱਡਣਾ ਸੀਗਾ ਤੇ ਪੁੰਨ ਦਾ ਲੈਣਾ ਸੀਗਾ। ਕਹਿੰਦੇ ਉਹ ਬੈਲ ਹੀ ਹਟਾਤਾ ਇਹਨੇ। ਬਾਹਰ ਬੈਲ ਗੋਨ ਕਰ ਆਈ। ਗੋਨ ਜਿਹੜੀ ਹੈਗੀ, ਜੋ ਜਿਹੜੀ ਹੈਗੀ, ਜਿਹੜੇ ਆਪਣੇ ਜਿਹੜੇ ਹੈਗੇ ਕਰਮ ਕੀਤੇ ਆ, ਉਹ ਕਰਮਾਂ ਦਾ ਜਿਹੜਾ ਹੈਗਾ, ਉਹ ਬੋਰੀ ਜਿਹੜੀ ਹੈਗੀ ਆ, ਉਹ ਤ੍ਰਿਸ਼ਨਾਵਾਂ ਦੀ ਬੋਰੀ ਜਿਹੜੀ ਹੈ, ਜੋ ਮਾੜੇ ਕਰਮਾਂ ਦਾ ਲੇਖਾ, ਉਹ ਸਾਰਾ ਦਾ ਸਾਰਾ ਘਰ ਦੇ ਵਿੱਚ ਰਹਿ ਗਿਆ ਭਾਈ। ਹੋਰ ਜ਼ਿਆਦਾ ਭਾਰੀ ਹੋ ਗਈ ਪੰਡ। ਕੋਰੇ ਚਰੇ ਭੈਂਸ ਚਰਾਵਨ ਜਾਈ। ਬਾਹਰ ਬੈਲ ਗੂਨ ਕਰ ਆਈ। ਕਹਿਤ ਕਬੀਰ ਜੋ ਇਸ ਪਦ ਬੂਝੈ। ਆਹ ਦੇਖ ਲਓ ਹੁਣ ਜਿਹੜਾ ਹੈਗਾ, ਕਿਸ ਤਰ੍ਹਾਂ ਦੀ ਕਬੀਰ ਜੀ ਨੇ ਜਿਹੜੀ ਹੈਗੀ ਇਹ ਗਿਆਨ ਕਿਸ ਤਰ੍ਹਾਂ ਦਾ ਦਿੱਤਾ, ਇਸ਼ਾਰਿਆਂ ਦੇ ਵਿੱਚ ਜਿਹੜਾ ਹੈਗਾ ਕਿਵੇਂ ਸਮਝਾਇਆ। ਇਹਦੇ ਵਿੱਚ ਜੇ ਇਹਦੇ ਡਾਇਰੈਕਟ ਅਰਥ ਕਰੀਏ ਤੇ ਕੀ ਲੱਭੂਗਾ ਆਪਾਂ ਨੂੰ ਭਾਈ? ਕਹਿਤ ਕਬੀਰ ਜੋ ਇਸ ਪਦ ਬੂਝੈ, ਬੁੱਝਣਾ ਪੈਣਾ ਹੈ ਭਾਈ। ਇਹ ਮੁੰਦਾਵਣੀ ਸਤਿਗੁਰੂ ਪਾਏ, ਗੁਰਸਿੱਖਾਂ ਲੱਦੀ ਪਹਾੜ। ਇਹ ਮੁੰਦਾਵਣੀ ਹੈਗੀ, ਪਹਿਲੀ ਹੈਗੀ, ਬੁਝਾਰਤ ਹੈਗੀ, ਬੁੱਝਣੀ ਪੈਣੀ ਹੈ ਬਾਣੀ। ਇਹ ਬਾਣੀ ਐਵੇਂ ਹੀ ਨਹੀਂ ਹੈਗੀ ਭਾਈ ਵੀ ਇਹਦੇ ਅੱਖਰੀ ਅਰਥ ਕਰ ਲਓ, ਗ੍ਰਾਮੈਟੀਕਲ ਅਰਥ ਕਰ ਲਓ ਨਾ। ਕਹਿਤ ਕਬੀਰ ਜੋ ਇਸ ਪਦ ਬੂਝੈ, ਇਹਨੂੰ ਆਹ ਚੀਜ਼ ਨੂੰ ਜਿਹੜਾ ਬੁੱਝ ਜਾਊਗਾ ਭਾਈ। ਰਾਮ ਰਮਤ ਤੇ ਸਭ ਕੀ ਸੂਝੈ। ਕਹਿੰਦੇ ਰਾਮ ਦੇ ਵਿੱਚ ਰਮਿਆ ਜਾਊਗਾ, ਭਗਤੀ ਦੇ ਵਿੱਚ ਸਾਰਾ ਕੁਝ ਸੁੱਝ ਜੂਗਾ, ਉਹਨੂੰ ਸਾਰਾ ਗਿਆਨ ਹੋ ਜਾਏਗਾ, ਜਿਹੜੇ ਇਹ ਗੱਲਾਂ ਬੁੱਝ ਜਾਏਗਾ ਭਾਈ। ਇੱਕ ਵਾਰੀ ਹੋਰ ਆਪਾਂ ਦੇਖੀਏ ਇਹਨੂੰ। ਆਸਾ ਪਹਿਲਾਂ ਪੂਤ ਪਿਛੇਰੀ ਮਾਈ। ਪੂਤ ਹੈਗਾ ਆਤਮਾ, ਮਾਇਆ ਮਾਂ। ਗੁਰ ਲਾਗੋ ਚੇਲੇ ਕੀ ਪਾਈ। ਆਤਮਾ ਜਿਹੜੀ ਹੈਗੀ, ਚੇਲਾ ਜਿਹੜਾ ਹੈਗਾ, ਗੁਰੂ ਨੇ ਚੇਲਾ, ਗੁਰੂ ਆਇਆ ਤੇ ਚੇਲਾ ਬਣਿਆ ਸੀਗਾ। ਚੇਲਾ ਮਨ ਸੀਗਾ ਭਾਈ। ਗੁਰੂ ਜਿਹੜਾ ਹੈਗਾ ਮਨ ਦੇ ਪਿੱਛੇ ਲੱਗ ਗਿਆ। ਮਨ ਹੈ ਨਹੀਂ ਗਾ ਚੇਲਾ, ਮਨ ਤਾਂ ਚੇਲਾ ਬਾਅਦ ਚ ਬਣਿਆ ਆ ਭਾਈ। ਆਤਮਾ ਹੈਗੀ ਆ, ਮਨ ਜਿਹੜਾ ਹੈਗਾ ਕਾਲਕ ਹੈਗੀ, ਵਾਸਨਾਵਾਂ। ਮਨ ਜਿਹੜਾ ਕਾਰਨ ਸਰੀਰ ਹੈਗਾ, ਕੰਟਰੋਲ ਮਨ ਦੇ ਬੱਚੂ ਕੋਲ ਆ ਗਿਆ ਹੁਣ। ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭੋ ਸੁਨੋ ਜਨ, ਏਕ ਅਚੰਭੋ ਸੁਨੋ ਤੁਮ ਭਾਈ, ਦੇਖਤ ਸਿੰਘ ਚਰਾਵਤ ਗਾਈ। ਬੜਾ ਹੈਰਾਨੀ ਦੀ ਗੱਲ ਹੈ। ਕਹਿੰਦੇ ਸ਼ੇਰ ਲੱਗਦਾ ਆ ਪਰ ਚਰਾ ਗਊਆਂ ਨੂੰ ਰਿਹਾ ਹੈ। ਇੰਦਰੀਆਂ ਨੂੰ, ਵਾਸਨਾਵਾਂ ਨੂੰ ਜਿਹੜਾ ਹੈਗਾ ਫੀਡ ਕਰੀ ਜਾ ਰਿਹਾ ਹੈ, ਇੰਦਰੀਆਂ ਨੂੰ। ਰਹਾਓ ਜਲ ਕੀ ਮਛਲੀ ਤਰਵਰੇ ਬਿਹਾਈ। ਮੱਛੀ ਜਿਹੜੀ ਹੈ ਪਾਣੀ ਦੀ ਹੈਗੀ, ਇਹ ਆਤਮਾ ਜਿਹੜੀ ਪਰਮਾਤਮਾ ਦਾ ਅੰਸ਼ ਹੈਗੀ ਆ। ਇਹ ਤਾਂ ਸਮੁੰਦਰ ਦੇ ਵਿੱਚ ਤਾਰੀਆਂ ਲਾਉਣ ਵਾਲੀ ਹੈਗੀ ਹੈ। ਕਹਿੰਦੇ ਉਹ ਜਾ ਕੇ ਜਿਹੜੀ ਹੈਗੀ ਟਿਕਾਣਾ ਕਰ ਲਿਆ ਉਹਨੇ ਦਰਖਤ ਦੇ ਉੱਤੇ। ਜਲ ਕੀ ਮਛਲੀ ਤਰਵਰੇ ਬਿਹਾਈ, ਦੇਖਤ ਕੁਤਰਾ ਲੈ ਗਈ ਬਿਲਾਈ। ਦੇਖਦੇ ਦੇਖਦੇ ਕਹਿੰਦੇ ਆ ਇਹਦੇ ਅੰਦਰ ਸੰਤੋਖ ਰੂਪੀ ਜਿਹੜਾ ਹੈਗਾ, ਤ੍ਰਿਸ਼ਨਾ ਰੂਪੀ ਬਿੱਲੀ ਜਿਹੜੀ ਹੈ, ਸੰਤੋਖ ਰੂਪੀ ਸੰਤੋਖ ਅੰਦਰੋਂ ਲੈ ਗਈ ਪਾਈ। ਕਿਉਂਕਿ ਲੋਭ ਹੈਗਾ, ਲਾਲਚ ਹੈਗਾ ਕੁਤਰੇ ਦੇ ਅੰਦਰ। ਤਲੇ ਰੇ ਵੈਸਾ ਉੱਪਰ ਸੂਲਾ। ਕਹਿੰਦੇ ਪ੍ਰੋਬਲਮ ਕੀ ਹੈਗੀ? ਬੈਠਕ ਇਨਸਾਨ ਦੀ ਜਿਹੜੀ ਹੈਗੀ ਆ ਨੀਵੇਂ ਦਰਜੇ ਦੇ ਉੱਤੇ ਹੈਗੀ ਆ। ਇਹ ਜਿਹੜੀ ਹੈਗੀ ਆ, ਇਹ ਇਨਸਾਨ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪ੍ਰਾਣ ਸ਼ਕਤੀ ਜਿਹੜੀ ਹੈਗੀ ਜਿੰਨੀ ਮਿਲੀ ਹੈ ਇਨਸਾਨ ਨੂੰ, ਸਾਰੀ ਦੀ ਸਾਰੀ ਭੋਗ ਵਿਲਾਸ 'ਚ ਦੁਨੀਆ ਦੇ ਪਦਾਰਥਾਂ ਦੇ ਵਿੱਚ ਇਹਨਾਂ ਦੇ ਉੱਤੇ ਹੀ ਨਸ਼ਟ ਕਰ ਦਿੰਦਾ। ਤਲੇ ਰੇ ਵੈਸਾ ਉੱਪਰ ਸੂਲਾ। ਉਹ ਮਾਲਕ ਪਰਮਾਤਮਾ ਅਸਲੂ ਜਿਹੜਾ ਹੈਗਾ, ਮੂਲ ਜਿਹੜਾ ਹੈਗਾ, ਉੱਥੇ ਤੱਕ ਪਹੁੰਚਦਾ ਹੀ ਨਹੀਂ ਹੈ ਭਾਈ।
ਧਿਆਨ ਸਿਮਰਨ ਕਰਦਾ ਹੀ ਨਹੀਂ ਆ। ਇਹ ਪ੍ਰਾਣ ਸ਼ਕਤੀ ਨੂੰ ਉੱਪਰ ਥੱਲੇ ਟੂਟੀਆਂ ਬੰਦ ਹੀ ਨਹੀਂ ਕਰਦਾ, ਕਿਵੇਂ ਜਿਹੜਾ ਹੈਗਾ ਉੱਪਰ ਜਾਏ ਭਾਈ। ਥੱਲੇ ਰੇ ਬੈਸਾਂ ਉੱਪਰ ਸ਼ੂਲਾ, ਉੱਪਰ ਜਾਂਦਾ ਹੀ ਨਹੀਂ ਹੈ। ਜਿਸਕੇ ਪੇੜ ਲਗੇ ਫਲ ਫੁੱਲ, ਐਸੇ ਦਰਖਤ ਦੇ ਜਿਹੜੇ ਹੈਗੇ ਫਲ ਤੇ ਫੁੱਲ ਲੱਗੇ ਹੋਏ ਭਾਈ। ਇਹੋ ਜਿਹੇ ਦਰਖਤ ਨੂੰ ਕਿਹੋ ਜਿਹੇ ਫਲ, ਵਾਸਨਾਵਾਂ ਦੇ ਫਲ, ਔਰ ਆਹ ਹੀ ਜਿਹੜੇ ਹੈਗੇ ਫਲ ਲੱਗੇ ਹੋਏ ਭਾਈ ਭੋਗ ਵਿਲਾਸ ਦੇ। ਇਹ ਸੰਸਕਾਰ ਬਣੇ ਪਏ ਇਨਸਾਨ ਦੇ। ਕੋਰੇ ਚਰ ਭੈਂਸ ਚਰਾਵਨ ਜਾਈ, ਘੋੜੇ ਤੇ ਚੜ੍ਹ ਕੇ ਜਿਹੜਾ ਹੈਗਾ ਇਹ ਵਾਸਨਾਵਾਂ ਜਿਹੜੀ ਤ੍ਰਿਸ਼ਨਾ ਰੂਪੀ ਜਿਹੜੀ ਹੈਗੀ, ਇਹ ਘੋੜਾ ਮਨ ਰੂਪੀ ਘੋੜੇ ਦੇ ਉੱਤੇ ਚੜ੍ਹੀ ਆ। ਮਨ ਜਿਹੜਾ ਹੈਗਾ ਮਹਾਤਮਾ ਦੇ ਉੱਤੇ ਹੈਗਾ ਭਾਈ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਚੱਲ ਰਿਹਾ ਹੈ। ਬਾਹਰ ਬੈਲ ਗੋਨ ਕਰ ਆਈ, ਔਰ ਬੈਲ ਜਿਹੜੇ ਜਿਨ੍ਹਾਂ ਨੇ ਲੈ ਕੇ ਜਾਣਾ ਸੀ ਪ੍ਰਾਣ ਸ਼ਕਤੀ ਨੂੰ ਉੱਪਰ, ਉਹ ਜਿਹੜੇ ਹੈਗੇ ਬਾਹਰ ਹੋ ਗਏ ਭਾਈ। ਗੋਨ ਜਿਹੜੀ ਹੈਗੀ ਖਾਲੀ ਜਿਹੜੀ ਹੈਗੀ, ਜੋ ਉਹਦਾ ਜਿਹੜਾ ਹੈਗਾ ਜਿਹੜਾ ਜੋ ਵੀ ਇਨਸਾਨ ਨੇ ਕਰਮ ਕੀਤੇ ਆ ਸਾਰੇ ਦੇ ਸਾਰੇ ਜਿਹੜੇ ਹੈਗੇ ਲੇਖਾ ਜੋ ਵੀ ਹੈ ਕਾਰਨ ਸਰੀਰ ਹੈਗਾ ਉਹੀ ਰਹਿ ਗਿਆ ਭਾਈ। ਅੱਗੇ ਜਿਹੜਾ ਇਹਨੇ ਪ੍ਰਭਾਵਿਤ ਕਰਨਾ ਇਸ ਗੋਨ ਨੇ, ਗੋਨ ਕਹਿੰਦੇ ਬੋਰੀ। ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਤੇ ਸਭ ਕੀ ਸੂਝੈ। ਕਹਿੰਦੇ ਜਿਹੜਾ ਵੀ ਆਹ ਪਦ ਜਿਹੜਾ ਹੈਗਾ, ਆਹ ਵਿਚਾਰ ਜਿਹੜੀ ਹੈਗੀ, ਆਹ ਗਿਆਨ ਜਿਹੜਾ ਹੈਗਾ, ਇਹ ਬਾਣੀ ਜਿਹੜਾ ਹੈਗਾ, ਜਿਹੜਾ ਇਹਨੂੰ ਬੁੱਝ ਜਾਏਗਾ ਭਾਈ। ਇਹ ਪਹੇਲੀ ਨੂੰ ਮੈਂ ਪਹੇਲੀ ਪਾਈ ਹੋਈ ਆ, ਜਿਹੜਾ ਪਹੇਲੀ ਨੂੰ ਬੁੱਝ ਜਾਏਗਾ, ਰਾਮ ਰਮਤ ਉਹ ਭਗਤੀ ਕਰਨ ਲੱਗ ਜਾਏਗਾ ਭਾਈ, ਔਰ ਸਾਰਾ ਗਿਆਨ ਹੋ ਜਾਏਗਾ ਉਹਨੂੰ। ਰਾਮ ਰਮਤ ਤਿਸ ਸਭ ਕੁਛ ਸੂਝੈ। ਇਹ ਜੀ ਹਾਂ 22 ਕਹਿ ਰਹੇ 22, ਹਾਂਜੀ 22 ਹੈਗੇ। 22 ਚੌਪਦੇ ਤਥਾ ਪੰਚਪਦੇ ਆਸਾ ਰਾਗ ਦੇ ਕਬੀਰ ਜੀ ਦੇ ਸੀਗੇ ਜੀ। ਕਬੀਰ ਜੀਓ ਕੇ ਤਿਪ ਦੇ 9 8 ਦੁੱਤ ਕੇ 7 ਇੱਕ ਤੁਕਾ 1। ਆ ਰਿਜ਼ਲਟ ਇਹਦਾ ਮਹਾਰਾਜ ਨੇ ਜਿਹੜਾ ਖੁਲਾਸਾ ਕਰਕੇ ਦੱਸ ਦਿੱਤਾ। ਇਹ ਜੀ ਇੱਥੇ ਆਪਾਂ ਸੰਕੋਚਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਭਾਈ ਸਾਹਿਬ ਜੀ, ਸਾਰੀ ਸੰਗਤ ਵਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਫਤਿਹ। ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀਓ। ਹਾਂਜੀ ਹਾਂਜੀ ਵੀਰ ਜੀ। ਹਾਂਜੀ ਹਾਂਜੀ ਬੋਲੋ ਜੀ। ਵੀਰ ਜੀ, ਨਵੇਂ ਕੁਛ ਸਾਧ ਸੰਗਤ ਆਏ ਨੇ, ਜਰਾ ਧਿਆਨ ਸਿਮਰਨ ਬਾਰੇ ਅੱਜ ਮਾੜਾ ਜਿਹਾ 2 ਮਿੰਟ ਲਈ ਦੱਸ ਦੇਣਾ ਪਲੀਜ਼। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ। ਕਿਉਂਕਿ ਆਪਾਂ ਨੇ ਹੁਣ ਜਿਹੜਾ ਹੈਗਾ ਇਹ ਸੰਗਤ ਜਿਹੜੀ ਹੈਗੀ, ਇਹ ਆਪਾਂ ਨੇ ਬ੍ਰਹਮ ਬਾਣੀ ਦੀ ਸੰਗਤ ਕੀਤੀ ਹੈ, ਸ਼ਬਦ ਬ੍ਰਹਮ ਦੀ ਸੰਗਤ ਕੀਤੀ ਆ। ਇਹ ਸਾਰਾ ਸ਼ਬਦ ਬ੍ਰਹਮ ਜਿਹੜਾ ਹੈਗਾ ਆਪਾਂ ਨੂੰ ਭਗਤੀ ਕਰਨ ਨੂੰ ਜਿਹੜਾ ਹੈਗਾ, ਇਹ ਭਗਤੀ ਕਰਨ ਨੂੰ ਕਹਿ ਰਿਹਾ ਹੈ, ਕੋਈ ਐਕਸ਼ਨ ਕਰਨ ਨੂੰ ਕਹਿ ਰਿਹਾ ਹੈ, ਕੋਈ ਕਾਰਵਾਈ ਕਰਨ ਨੂੰ ਕਹਿ ਰਿਹਾ ਭਾਈ। ਕਿਉਂਕਿ ਆਪਾਂ ਜਿਹੜੇ ਹੈਗੇ ਇਹ ਮਨ ਜਿਹੜਾ ਹੈਗਾ ਆਪਣਾ ਜਨਰੇਟ ਹੋਇਆ ਪਿਆ ਮਨ, ਆਤਮਾ ਦੇ ਉੱਤੇ ਮੈਲ, ਇਹਨੂੰ ਲਾਉਣ ਦੇ ਵਾਸਤੇ ਭਾਈ ਇੱਕੋ ਹੀ ਤਰੀਕਾ ਹੈਗਾ, ਉਹ ਹੈਗੇ ਇਹ ਮੈਲ ਹੈਗੀ ਵਿਚਾਰਾਂ ਦੀ ਮੈਲ। ਆਪਾਂ ਅੱਖਾਂ ਬੰਦ ਕਰਦੇ ਹਾਂ, ਜੇ ਅੱਖਾਂ ਖੋਲ੍ਹੀਆਂ ਰੱਖਦੇ ਹਾਂ ਤਾਂ ਆਪਣੇ ਅੰਦਰ ਜਿਹੜੇ ਹੈਗੀ ਹੋਰ ਮੈਲ ਆਉਂਦੀ ਆ। ਜੋ ਵੀ ਦੇਖਦੇ ਹਾਂ ਆਪਾਂ, ਅੱਖਾਂ ਜਿੱਥੇ ਜਾਂਦੀਆਂ ਆਪਣੀ ਸੁਰਤ ਉੱਥੇ ਚਲੇ ਜਾਂਦੀ ਆ, ਮਨ ਉੱਥੇ ਚਲੇ ਜਾਂਦਾ। ਅਤੇ ਜਦ ਅੱਖਾਂ ਬੰਦ ਕਰਦੇ ਹਾਂ ਅਤੇ ਆਪਣੇ ਅੰਦਰ ਆਤਮਾ ਹੈਗੀ, ਅਤੇ ਸੁਰਤ ਔਰ ਆਤਮਾ ਦੇ ਵਿਚਾਲੇ ਜਿਹੜਾ ਹੈਗੇ ਵਿਚਾਰ ਪਏ ਹੋਏ। ਇਹ ਵਿਚਾਰਾਂ ਨੂੰ ਆਪਾਂ ਨੇ ਬੰਦ ਕਰਨਾ, ਵਿਚਾਰਾਂ ਨੂੰ ਰੋਕਣਾ ਹੈ ਭਾਈ। ਕਿਉਂਕਿ ਇਹ ਤਲਾਅ ਦੇ ਵਿੱਚ ਜਿਹੜੀਆਂ ਹੈਗੀਆਂ ਇਹੀ ਲਹਿਰਾਂ ਹੈਗੀਆਂ
जिचरे मन लहरी विच है हौमे बहुत अहंकार सेवा थाए ना पवे तिसकी खप खप होए खुआर। जद तक लहरां हैगियां आपां नूं कुछ भी नज़र नहीं आउणा, वो मालक परमात्मा दा आत्मा अपनी नहीं नज़र आएगी। ते लहरां बंद करन दे वास्ते एक अखर जिहड़ा हैगा किसी भी धर्म दे आपां हैगे हिंदू मुसलमान सिख ईसाई अपने धर्म दे नाल कोई परमेश्वर दा जिहड़ा हैगा जो भी परमेश्वर दा नाम हैगा ਉਹਨੂੰ पुकार सकते हैं, क्योंकि ਜਿਹੜਾ ਜੇ ਕਿਸੇ ਦੇਵੀ ਦੇਵਤਾ ਜਾਂ ਹੋਰ ਕਿਸੇ ਦਾ ਦੁਨਿਆਵੀ ਕਿਸੇ ਮਹਾਂਪੁਰਖ ਦਾ ਨਾਮ ਲਵਾਂਗੇ ਤੇ ਆਪਣੀ ਸੁਰਤ ਉੱਥੇ ਤੱਕ ਹੀ ਰਹੇਗੀ ਭਾਈ। ਤੇ ਜੇ ਪਰਮਾਤਮਾ ਦਾ ਨਾਮ ਲਾਂਗੇ ਤੇ ਪਰਮਾਤਮਾ ਦੇ ਨਾਲ ਜੁੜਾਂਗੇ। ਔਰ ਇਹ ਵੀ ਜਿਹੜਾ ਹੈਗਾ ਉਨੀ ਦੇਰ ਤੱਕ ਹੀ ਹੈਗਾ ਜਦ ਤੱਕ ਜਿਹੜੇ ਹੈਗੇ ਆਪਣੇ ਜਿਹੜੇ ਹੈਗੇ ਇਹ ਵਿਚਾਰ ਜਿਹੜੇ ਹੈਗੇ ਇਹ ਸਕੈਟਰ ਹੋਇਆ ਜਿਹੜਾ ਮਨ ਹੈਗਾ ਥੋੜ੍ਹਾ ਕੇਂਦਰਿਤ ਨਹੀਂ ਹੋ ਜਾਂਦਾ, ਵਿਚਾਰ ਕੱਢ ਜਾਣਗੇ ਤੇ ਆਟੋਮੈਟਿਕਲੀ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ ਉਹ ਅਨਹਦ ਸ਼ਬਦ ਆਟੋਮੈਟਿਕਲੀ ਸੁਣਨ ਲੱਗ ਜਾਣਗੇ ਭਾਈ ਆਪਣੇ ਅੰਦਰ। ਉਹ ਜਿਹੜੇ ਹੈ ਕਿਉਂਕਿ ਉਹ ਤਾਂ ਦੁਨੀਆ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਮਾਲਕ ਪਰਮਾਤਮਾ ਦਾ, ਕਿਉਂਕਿ ਉਹ ਸ਼ਬਦ ਗੁਰੂ ਹੈਗਾ, ਉਹ ਚੱਲ ਰਿਹਾ ਹਮੇਸ਼ਾ ਹੀ, ਸ਼ਬਦ ਗੁਰੂ ਹਮੇਸ਼ਾ ਅਵੇਲੇਬਲ ਹੈਗਾ। ਇਹ ਆਪਾਂ ਨੇ ਦੇਖਿਆ ਇਹ ਗੁਰ ਸ਼ਬਦ ਹੈਗੇ, ਇਹ ਬ੍ਰਹਮ ਗਿਆਨੀਆਂ ਦੇ ਉਹਨਾਂ ਦੇ ਕੋਲੋਂ ਆਏ ਸ਼ਬਦ ਹੈਗੇ, ਗੁਰੂ ਕੋਲੋਂ ਆਏ ਸ਼ਬਦ ਹੈ, ਗੁਰੂ ਦਾ ਗਿਆਨ ਹੈਗਾ। ਉਹ ਜਿਹੜਾ ਹੈਗਾ ਉਹ ਅਨੰਤ ਸ਼ਬਦ ਸ੍ਰਿਸ਼ਟੀ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਡਾਇਰੈਕਟ ਉਹ ਗੁਰੂ ਹੈਗਾ। ਉਹਦੇ ਮਗਰ ਲੱਗਣਾ ਹੈ ਆਪਾਂ ਨੇ, ਉਹਨੂੰ ਫਾਲੋ ਕਰਨਾ ਹੈ ਆਪਾਂ ਨੇ। ਉਹਨੂੰ ਕਹਿੰਦੇ ਆ ਸ਼ਬਦ ਗੁਰੂ ਸੁਰਤ ਤੁਨ ਚੇਲਾ। ਉਹ ਸ਼ਬਦ ਗੁਰੂ ਹੈਗਾ, ਆਪਣੀ ਸੁਰਤ ਨੂੰ ਉਹਦਾ ਚੇਲਾ ਬਣਾਉਣਾ ਹੈ ਆਪਾਂ ਨੇ। ਔਰ ਆਟੋਮੈਟਿਕਲੀ ਜਿਹੜਾ ਹੈਗਾ ਇਹ ਧਿਆਨ ਸਿਮਰਨ ਦੇ ਦੁਆਰਾ ਜੇ ਆਪਾਂ ਸੱਚੇ ਮਨ ਦੇ ਨਾਲ ਸੱਚੇ ਦਿਲੋਂ ਜਿਹੜਾ ਹੈਗਾ ਆਪਾਂ ਇਹ ਧਿਆਨ ਸਿਮਰਨ ਕਰਾਂਗੇ ਤੇ ਉਹ ਸ਼ਬਦ ਪ੍ਰਗਟ ਹੋ ਜਾਏਗਾ। ਇਹ ਔਰ ਜਿਹੜੇ ਵਿਚਾਰ ਹੈਗੇ ਆ ਜਿਹੜੇ ਆਪਣੇ ਅੰਦਰ ਆਪਾਂ ਜਿਹੜਾ ਅੱਖਾਂ ਬੰਦ ਕਰਕੇ ਅੰਦਰ ਵੜਦੇ ਆ ਤੇ ਆਪਾਂ ਨੂੰ ਵਿਚਾਰ ਪਤਾ ਲੱਗਦੇ ਆ। ਜਦ ਆਪਾਂ ਵਾਹਿਗੁਰੂ 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 ਕਹਿ ਕੇ ਜਿਹੜਾ ਚੁੱਪ ਹੋ ਜਾਂਦੇ ਆ ਫਿਰ ਆਪਾਂ ਵਾਚ ਕਰੋ ਆਪਣੇ ਮਨ ਨੂੰ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਦ ਇਕਾਗਰ ਹੁੰਦੇ ਆ ਤੇ ਪਤਾ ਲੱਗਦਾ ਹੈ ਆਪਾਂ ਨੂੰ। ਫਿਰ ਵਿਚਾਰ ਜਿਹੜਾ ਆਉਂਦਾ ਜਿਵੇਂ ਆਕਾਸ਼ ਦੇ ਉੱਤੇ ਪਤੰਗ ਆਉਂਦੀ ਹੈ ਕੱਟ ਕੇ ਜਿਹੜੀ ਹੈਗੀ ਉਵੇਂ ਦੇ ਵਿਚਾਰ ਆਉਂਦੇ ਆ। ਆਪਣੇ ਕੋਲ ਸੁਰ ਤੇ ਆਪਾਂ ਨੇ ਦੇਖ ਲਿਆ, ਹੁਣ ਆਪਣੀ ਮਰਜ਼ੀ ਹੈ ਆਪਣੀ ਸੁਰਤ ਜਿਹੜੀ ਹੈ ਉਹਦੇ ਨਾਲ ਜਾ ਕੇ ਡੋਰੀ ਸੁਰਤ ਦੀ ਜਿਹੜੀ ਆ ਵਿਚਾਰ ਦੇ ਨਾਲ ਜੋੜਦੀ ਹੈ। ਜਿੰਨੀ ਦੇਰ ਮਰਜ਼ੀ ਉਹਨੂੰ ਉਡਾ ਲਈਏ ਉਸ ਵਿਚਾਰ ਨੂੰ, ਜਦ ਤੱਕ ਉਡਾ ਰਹੇ ਤਦ ਤੱਕ ਦੂਜਾ ਵਿਚਾਰ ਨਹੀਂ ਆਏਗਾ। ਔਰ ਜੇ ਆਪਾਂ ਨੇ ਉਹਨੂੰ ਛੱਡ ਦਿੱਤਾ ਤੇ ਜਿਵੇਂ ਜਿਹੜੀ ਆਕਾਸ਼ ਤੇ ਪਤੰਗ ਕੱਢੀ ਹੋਈ ਆਈ ਸੀ ਉਹਨੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਪਟਲ ਹੈਗਾ ਚਿੱਤ ਹੈਗਾ ਉਹ ਚਿੱਤ ਤੋਂ ਪਰੇ ਹੋ ਜਾਣਾ ਹੈ ਉਹਨੇ, ਫਿਰ ਦੂਸਰਾ ਆਏਗਾ। ਇਸ ਤਰ੍ਹਾਂ ਜਿਹੜੇ ਵਿਚਾਰ ਆਉਂਦੇ ਆ ਇਹ ਇੱਕ ਦੇ ਬਾਅਦ ਇੱਕ ਆਉਣਗੇ, ਪਰ ਉਹਨਾਂ ਦੇ ਵਿੱਚ ਵਿਚਾਲੇ ਗੈਪ ਹੁੰਦਾ ਹੈ। ਜਿਵੇਂ ਟ੍ਰੇਨ ਹੈਗੀ ਉਹਦੇ ਡੱਬੇ ਹੈਗੇ ਤੇ ਇੱਕ ਡੱਬੇ ਤੋਂ ਦੂਸਰੇ ਡੱਬੇ ਦੇ ਵਿੱਚ ਗੈਪ ਹੈਗਾ। ਉਹ ਗੈਪ ਨੂੰ ਆਪਾਂ ਨੇ ਵਧਾਉਣਾ ਹੈ। ਜਿਉਂ ਗੈਪ ਵਧੀ ਜਾਊਗਾ ਟ੍ਰੇਨ ਦੇ ਡੱਬੇ ਛੋਟੇ ਹੋਈ ਜਾਣਗੇ। ਜਿਵੇਂ ਘੋੜਾ ਹੈਗਾ, ਘੋੜੇ ਨੂੰ ਜਿਹੜਾ ਹੈਗਾ ਉਹਦੀ ਲਗਾਮ ਕਹਿ ਲਓ, ਰੱਸੀ ਕਹਿ ਲਓ, ਜਿਹੜੀ ਬਹੁਤ ਜ਼ਿਆਦਾ ਹੈਗੀ ਘੋੜੇ ਦਾ, ਦੇਖੋ ਘੋੜਾ ਕਿੰਨੀ ਦੂਰ ਤੱਕ ਜਿਹੜਾ ਹੈਗਾ ਘੁੰਮੂਗਾ। ਔਰ ਜਿਉਂ ਜਿਹੜੀ ਘੋੜੇ ਦੀ ਰੱਸੀ ਜਿਹੜੇ ਹੈਗੇ ਆਪਾਂ ਛੋਟੀ ਕਰਦੇ ਚਲੇ ਜਾਓ ਉਹਦੀ ਫੀਲਡ ਛੋਟੀ ਹੋਈ ਜਾਏਗੀ। ਔਰ ਇੱਕ ਬਿਲਕੁਲ ਰੱਸੀ ਜਿਹੜੀ ਹੈ ਘੋੜੇ ਦੇ ਜਿਹੜਾ ਹੈਗਾ ਬਿਲਕੁਲ ਨੇੜੇ ਜਾ ਜਾਏ ਘੋੜਾ ਹਿੱਲ ਨਹੀਂ ਸਕਦਾ। ਫਿਰ ਆਹੀ ਭਗਤੀ ਹੈਗੀ ਭਾਈ। ਔਰ ਉਹ ਮਾਲਕ ਪਰਮਾਤਮਾ ਆਪਣੇ ਨਾਲ ਹੈ, ਅੰਗ ਸੰਗ ਹੈਗਾ। ਆਪਾਂ ਮਾਲਕ ਨੂੰ ਪੁਕਾਰ ਰਹੇ ਹਾਂ, ਮਾਲਕ ਨੂੰ ਸਮਰਨ ਕਰ ਰਹੇ ਹਾਂ, ਮਾਲਕ ਦਾ ਧਿਆਨ ਕਰ ਰਹੇ ਹਾਂ, ਮਾਲਕ ਨੂੰ ਪੁਕਾਰ ਰਹੇ ਹਾਂ, ਜਪ ਰਹੇ ਹਾਂ, ਮਤਲਬ ਪੁਕਾਰ ਰਹੇ ਹਾਂ। ਬਸ ਉਹਨੂੰ ਆਪਣੇ ਨਾਲ ਆਪਾਂ ਇਕੱਲੇ ਕਦੀ ਵੀ ਨਹੀਂ ਹੈਗੇ ਆ। ਇੰਨੀ ਕੁ ਚੀਜ਼ ਆਪਾਂ ਨੂੰ ਆਹੀ ਭਗਤੀ ਹੈਗੀ ਭਾਈ।
ਵਾਹਿਗੁਰੂ 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 ਵਾਹਿਗੁਰੂ